सतगुर की जिसनु मत आवे सो सतगुर माहे समाना। एह बाणी जो जियो जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै परतख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। जे तू तारू पान ताहूं पुछ तिड़न कल। ताहूं खरे सुजान वंजा इनी कपरी। चाड़ चखड़ उहाड़ लहरी वहन लखेसरी। सतगुर स्यों अलाए बेड़े डुबन नाहे पाओ। चाड़ चखड़ उहाड़ लहरी वहन लखेसरी। सतगुर स्यों अलाए बेड़े डुबन नाहे पाओ। वाहिगुरु जी का खालसा वाहिगुरु जी की फतेह। श्लोक 12 ते वधीक महला पहला। इस बाणी दे विचों 2 श्लोक आप जी ने सरवण कीते हैं। 1410 अंग ते दर्ज ने। इन्हां दी विचार भाई रजिंदर सिंह जी हेड ग्रंथी साहब
ਗੁਰਦੁਆਰਾ ਮੋਤੀ ਬਾਗ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਗੁਰੂ ਘਰ ਦੇ ਰੱਖ ਰਖਾਵ ਸੇਵਾ ਸੰਭਾਲ ਵਿੱਚ ਆਪਣਾ ਹਿੱਸਾ ਜ਼ਰੂਰ ਪਾਓ। ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਸ ਕਰੋਨੇ ਦੇ ਪ੍ਰਕੋਪ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਆਪਣਿਆਂ ਦੇ ਸਾਰਿਆਂ ਦੇ ਭਲੇ ਵਾਸਤੇ ਮਾਸਕ ਪਾ ਕੇ ਆਓ। ਮੱਥਾ ਟੇਕਣ ਲੱਗਿਆਂ, ਬੈਠਣ ਲੱਗਿਆਂ ਮਾਸਕ ਨਾ ਉਤਾਰੋ। ਘਰਾਂ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰਬਾਣੀ ਪੜ੍ਹ ਸਕਣ, ਸਾਡੇ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਜਿੰਨਾ ਚਿਰ ਵੀਕਐਂਡ ਦਾ ਕਰਫਿਊ ਹੈ ਉਹਨਾਂ ਚਿਰ ਅੰਮ੍ਰਿਤ ਸੰਚਾਰ ਦੀ ਸੇਵਾ ਨਹੀਂ ਹੋਏਗੀ, ਕਿਉਂਕਿ ਐਤਵਾਰ 11 ਵਜੇ ਹੁੰਦੀ ਹੈ। ਸੋ ਇਸ ਕਰਕੇ ਜਿੰਨਾ ਚਿਰ ਇਹ ਲਾਕਡਾਊਨ ਵੀਕਐਂਡ ਦਾ ਰਹੇਗਾ ਉਹਨਾਂ ਚਿਰ ਵਾਸਤੇ ਇਹ ਸੇਵਾ ਬੰਦ ਹੈ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮ ਤੇਰੇ, ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਬੇਸ਼ੁਮਾਰ ਅਥਾਹ ਅਗਨਤ ਅਤੁੱਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੈ। ਪਿਆਰ ਅਦਬ ਸ਼ਰਧਾ ਸਹਿਤ ਸਾਹਿਬਾਂ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਚਰਨਾਂ ਦੀ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰਮੁਖ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਹੈ ਜੋ ਰੋਜ਼ਾਨਾ ਆਪ ਜੀ ਗੁਰੂ ਦਰ ਦੇ ਉੱਪਰ ਜੁੜ ਕੇ ਔਰ ਟੀਵੀ ਮਾਧਿਅਮ ਦੇ ਰਾਹੀਂ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਹੋ। ਗੁਰਬਾਣੀ ਕੀਰਤਨ, ਗੁਰੂ ਜਸ ਜੋ ਲਗਾਤਾਰ ਹਰ ਸਮੇਂ ਇਸ ਅਸਥਾਨ ਤੋਂ ਸੰਸਾਰ ਦੇ ਭਲੇ ਦੇ ਲਈ ਪ੍ਰਸਾਰਿਤ ਹੁੰਦਾ ਹੈ, ਆਪ ਜੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਗੁਰ ਸ਼ਬਦ ਦੀ ਵਿਚਾਰ ਦੇ ਅੰਦਰ ਆਪ ਜੀ ਨੇ 2 ਸ਼ਲੋਕ
ਸਰਵਣ ਕੀਤੇ ਹਨ। ਜੋ ਸ਼ਲੋਕ ਵਾਰਾਂ ਤੇ ਵਧੇਕ ਸਿਰਲੇਖ ਹੇਠ ਦੀਨ ਦੁਨੀਆ ਦੇ ਮਾਲਕ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਸ਼ਲੋਕਾਂ ਦੀ ਵਿਚਾਰ ਦੇ ਨਾਲ ਸਾਂਝ ਪਾਉਣੀ ਹੈ। ਇਹਨਾਂ ਦੋਨਾਂ ਸ਼ਲੋਕਾਂ ਦੇ ਵਿੱਚ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਤਾਂ ਪਹਿਲੇ ਸ਼ਲੋਕ ਦੇ ਵਿੱਚ ਮਨੁੱਖ ਨੂੰ, ਪ੍ਰਾਣੀ ਮਾਤਰ ਨੂੰ ਆਪਣੀਆਂ ਅਕਲਾਂ, ਓਵਰ ਕੌਨਫੀਡੈਂਸ, ਸਿਆਣਪਾਂ ਜਿਹੜੀਆਂ ਨੇ ਉਹ ਛੱਡ ਕਰਕੇ ਜੀਵਨ ਦੇ ਭਲੇ ਦੇ ਵਾਸਤੇ ਗੁਰੂ ਦੇ ਕੋਲੋਂ, ਸਿਆਣਿਆਂ ਦੇ ਕੋਲੋਂ, ਜਿਨ੍ਹਾਂ ਨੂੰ ਜੀਵਨ ਦੀ ਸੂਝ ਹੈ, ਉਹਨਾਂ ਦੇ ਕੋਲੋਂ ਪੁੱਛ ਕੇ, ਉਹਨਾਂ ਦੇ ਨਾਲ ਸਲਾਹ ਕਰਕੇ, ਉਹਨਾਂ ਵੱਲ ਵੇਖ ਕੇ ਜੀਵਨ ਜਿਉਣ ਦੀ ਸੰਸਾਰ ਭਵ ਸਾਗਰ ਜੋ ਅਨੇਕਾਂ ਹੀ ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਦੇ ਨਾਲ ਭਰਿਆ ਪਿਆ ਹੈ, ਪਾਰ ਉਤਰਨ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਦੂਸਰੇ ਸ਼ਲੋਕ ਦੇ ਵਿੱਚ ਵੀ ਜਿੱਥੇ ਇਹ ਸਮਝਾਇਆ ਹੈ ਕਿ ਇਸ ਜੀਵਨ ਦੇ ਵਿੱਚ ਬੜੀਆਂ ਵਾਹ, ਨੇਰੀਆਂ, ਝੱਖੜ ਕਈ ਤਰ੍ਹਾਂ ਦੇ ਹਨ, ਉਹਨਾਂ ਦੇ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਹੈ। ਲੱਖਾਂ ਲਹਿਰਾਂ ਹਨ ਤੇ ਨਾਲ ਹੀ ਸੋਲੂਸ਼ਨ ਜਿਹੜਾ ਹੈ, ਹੱਲ ਜਿਹੜਾ ਹੈ ਇਹਨਾਂ ਲਹਿਰਾਂ ਦੇ ਵਿੱਚੋਂ ਬਚਣ ਦਾ, ਵਿਕਾਰਾਂ ਦੇ ਵਿੱਚੋਂ ਬਚਣ ਦਾ ਗੁਰੂ ਅੱਗੇ ਅਰਦਾਸ ਦੱਸਿਆ ਹੈ ਕਿ ਉਸ ਮਾਲਕ ਦੇ ਅੱਗੇ, ਉਸ ਪ੍ਰਭੂ ਦੇ ਅੱਗੇ ਬੇਨਤੀ ਅਰਦਾਸ ਕੀਤੀ ਜਾਵੇ ਤਾਂ ਫਿਰ ਕੋਈ ਸੰਸਾ, ਕੋਈ ਸ਼ੱਕ, ਕੋਈ ਡਰ, ਸਹਿਮ ਜੀਵਨ ਦੇ ਅੰਦਰ ਨਹੀਂ ਰਹਿੰਦਾ। ਆਓ ਬੜੇ ਵਿਸਥਾਰ ਦੇ ਨਾਲ ਇਹਨਾਂ ਦੋਨਾਂ ਸ਼ਲੋਕਾਂ ਦੀ ਵਿਚਾਰ ਦੇ ਨਾਲ ਸਾਂਝ ਪਾ ਕੇ ਕਿਣਕਾ ਮਾਤਰ ਗੁਰੂ ਦੇ ਉਪਦੇਸ਼ ਦਾ, ਸਿੱਖਿਆ ਦਾ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਤਾਂ ਕਿ ਸਾਡਾ ਲੋਕ ਪਰਲੋਕ ਸਫਲ ਹੋ ਸਕੇ, ਗੁਰੂ ਦਰ ਤੇ ਆਉਣਾ ਸਾਡਾ ਸਫਲਾ ਹੋ ਸਕੇ। ਪਿਆਰ ਸ਼ਰਧਾ ਸਹਿਤ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ, ਆਖੋ ਸਤਨਾਮ ਵਾਹਿਗੁਰੂ। ਫਿਰ ਆਖੋ ਸਤਨਾਮ ਵਾਹਿਗੁਰੂ। ਜੇ ਤੂੰ ਤਾਰੂ ਪਾਣ, ਤਾਹੂੰ ਪੁੱਛ ਤਿੜਨ ਕਲ, ਤਾਹੂੰ ਖਰੇ ਸੁਜਾਨ, ਵੰਝਾਂ ਏਨੀ ਕਪਰੀ। ਜੇ ਤੂੰ ਤਾਰੂ ਪਾਣ, ਸੰਬੋਧਨ ਹੈ। ਸੰਬੋਧਨ ਕਿਹਨੂੰ ਹੈ? ਹਰ ਪ੍ਰਾਣੀ ਨੂੰ ਹੈ, ਕਿਉਂਕਿ ਗੁਰਬਾਣੀ ਜਿਹੜੀ ਹੈ, ਗੁਰ ਸ਼ਬਦ ਜਿਹੜਾ ਹੈ, ਇਹ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਜਹਾਨ ਦੇ ਵਾਸਤੇ ਹੈ, ਸਾਂਝੀ ਹੈ ਇਹ ਸਿੱਖਿਆ। ਇਹ ਉਪਦੇਸ਼ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਹੈ, ਹਰ ਪ੍ਰਾਣੀ ਮਾਤਰ ਦੇ ਉਧਾਰ ਦੇ ਵਾਸਤੇ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਹ ਚਾਨਣ ਹੈ, ਇਹ ਰੌਸ਼ਨੀ ਹੈ। ਰੌਸ਼ਨੀ ਚਾਨਣ ਦਾ ਮਤਲਬ ਹੈ ਗਿਆਨ, ਤੇ ਗਿਆਨ ਕਿਸੇ ਇੱਕ ਵਾਸਤੇ ਨਹੀਂ ਹੁੰਦਾ, ਗਿਆਨ ਸਾਰਿਆਂ ਦੇ ਲਈ ਸਾਂਝਾ ਹੈ। ਇਹ ਸਿੱਖਿਆ, ਇਹ ਉਪਦੇਸ਼ ਹਰ ਪ੍ਰਾਣੀ ਮਾਤਰ ਦੇ ਉਧਾਰ ਵਾਸਤੇ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਹੇ ਮਨੁੱਖ, ਜੇ ਤੂੰ ਤਾਰੂ ਪਾਣ, ਤਾਰੂ ਪਾਣ ਦਾ ਮਤਲਬ ਹੈ, ਪਾਣ ਦਾ ਮਤਲਬ ਪਾਣੀ, ਤੇ ਤਾਰੂ ਦਾ ਮਤਲਬ ਹੈ ਪਾਣੀ ਤੋਂ ਤਰਨ ਵਾਲਾ। ਜੇ ਤੂੰ ਵੱਡਾ ਤੈਰਾਕ ਹੈ,
ਹਰ ਬੰਦਾ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ। ਮੇਰੇ ਵਰਗਾ ਸਿਆਣਾ ਹੋਰ ਕੋਈ ਨਹੀਂ ਹੈ, ਬਾਕੀ ਤੇ ਐਵੇਂ ਹੀ ਨੇ, ਬੇਵਕੂਫ ਨੇ, ਮੈਂ ਬਹੁਤ ਸਿਆਣਾ ਹਾਂ। ਕਿਸੇ ਬੰਦੇ ਨੂੰ ਪੁੱਛੋ ਕਿਸੇ ਵੀ ਗੱਲ ਦੇ ਬਾਰੇ ਤੇ ਉਹ ਕਹੇਗਾ ਮੈਂ ਜਾਣਦਾ, ਮੈਨੂੰ ਪਤਾ ਹੈ, ਮੈਂ ਸਭ ਜਾਣਦਾ, ਸਭ ਮੈਨੂੰ, ਮੇਰੇ ਤੋਂ ਕੁਛ ਵੀ, ਮੈਨੂੰ ਬੱਚਾ ਨਾ ਸਮਝੋ, ਮੈਨੂੰ ਨਿਆਣਾ ਨਾ ਸਮਝੋ, ਅਜਾਣ ਨਾ ਸਮਝੋ, ਸਾਨੂੰ ਸਭ ਪਤਾ ਹੈ। ਅਕਸਰ ਹਰ ਬੰਦੇ ਦੇ ਜ਼ੁਬਾਨ ਦੇ ਉੱਪਰ ਇਹ ਗੱਲ ਹੁੰਦੀ ਹੈ, ਹਾਲਾਂਕਿ ਉਸ ਵਿਸ਼ੇ ਦੇ ਬਾਰੇ ਉਹਨੂੰ ਕੁਛ ਵੀ ਨਾ ਪਤਾ ਹੋਵੇ, ਕੁਛ ਵੀ ਗਿਆਨ ਨਾ ਹੋਵੇ, ਪਰ ਹੈਂਕੜ, ਹੰਕਾਰ ਜਿਹੜਾ ਹੈ ਮਨੁੱਖ ਦੇ ਅੰਦਰ ਇਸ ਕਦਰ ਪ੍ਰਭਾਵੀ ਹੁੰਦਾ ਹੈ, ਹੈਵੀ ਹੁੰਦਾ ਹੈ ਬੰਦੇ ਦੀ ਮੱਤ ਦੇ ਉੱਪਰ, ਕਿ ਉਹ ਬਿਨਾਂ ਸੋਚੇ ਵਿਚਾਰੇ ਹੀ ਇਹ ਗੱਲ ਕਹਿ ਦਿੰਦਾ ਹੈ, ਮੈਂ ਜਾਣਦਾ, I know that, I know them, ਹਰ ਚੀਜ਼ ਮੈਨੂੰ ਪਤਾ ਹੈ, ਉਹਦੇ ਬਾਰੇ ਮੈਂ ਜਾਣਦਾ, ਉਹਨੂੰ ਵੀ ਜਾਣਦਾ। ਕਿਸੇ ਬੰਦੇ ਦੇ ਬਾਰੇ ਗੱਲ ਕਰ ਦੋ, ਅਸੀਂ ਜਾਣਦੇ ਹਾਂ ਜੀ ਉਹਨੂੰ, ਸਾਨੂੰ ਪਤਾ ਹੈ। ਹਰ ਇੱਕ ਗੱਲ ਦੇ ਵਿੱਚ ਇਹ ਹਉਮੈ ਮਨੁੱਖ ਦੇ ਅੰਦਰ ਹੁੰਦੀ ਹੈ, ਮੈਂ ਜਾਣਦਾ ਹਾਂ। ਤੇ ਸਤਿਗੁਰੂ ਇੱਥੇ ਇਹ ਕਹਿੰਦੇ ਨੇ ਕਿ ਜੇ ਬੰਦਾ ਬੇਸ਼ੱਕ ਸਿਆਣਾ ਹੋਵੇ, ਬੇਸ਼ੱਕ ਪੜ੍ਹਿਆ ਲਿਖਿਆ ਹੋਵੇ, ਹਰ ਗੱਲ ਦਾ ਜਾਣਕਾਰ ਹੋਵੇ, ਬੇਸ਼ੱਕ ਆਪਣੇ ਕੰਮ ਦੇ ਵਿੱਚ ਜਾਂ ਕਿਸੇ ਵੀ ਗੱਲ ਦੇ ਵਿੱਚ ਉਹ ਮਾਹਰ ਹੋਵੇ, ਪਰ ਇੱਥੇ ਬੜੀ ਕੀਮਤੀ ਹਜ਼ੂਰ ਨੇ ਗੱਲ ਸਮਝਾਈ ਹੈ, ਬਹੁਤ ਬੇਸ਼ਕੀਮਤੀ। ਕੱਲ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਪਾਸੋਂ ਵਿਚਾਰ ਸਰਵਣ ਕੀਤੀ ਸੀ, ਬੜੇ ਪ੍ਰੇਮ ਦੇ ਨਾਲ ਮੈਂ ਸਾਰੀ ਸਰਵਣ ਕੀਤੀ ਸੀ ਕਿ ਕਿਸ ਤਰ੍ਹਾਂ ਦੇ ਨਾਲ, ਕਿਸ ਸਹਿਜ ਦੇ ਨਾਲ ਸਾਨੂੰ ਸਤਿਗੁਰਾਂ ਨੇ ਜਿਹੜਾ ਹੈ ਇਹ ਉਪਦੇਸ਼ ਦਿੱਤਾ ਹੈ, ਅਸੀਂ ਇਸ ਨੂੰ ਕਿਸ ਤਰ੍ਹਾਂ ਜਾਣਨਾ ਹੈ, ਕਿਸ ਤਰ੍ਹਾਂ ਸਮਝਣਾ ਹੈ। ਇਹਦੇ ਵਿੱਚ ਕੋਈ ਔਖਿਆਈ ਨਹੀਂ, ਕੋਈ ਡਿਫਿਕਲਟ ਗੱਲ ਨਹੀਂ ਕਹੀ ਗਈ ਜਿਹੜੀ ਸਾਡੀ ਸਮਝ ਦੇ ਵਿੱਚ ਨਾ ਆਵੇ। ਬੜੇ ਬੜੇ ਸੋਹਣੇ ਪਾਤਰ ਸਿਰਜ ਕਰਕੇ ਮਹਾਰਾਜ ਨੇ ਜਿਹੜਾ ਹੈ ਉਹ ਉਪਦੇਸ਼ ਸਮਝਾਇਆ ਹੈ। ਸਾਡੇ ਆਮ ਘਰਾਂ ਦੇ ਵਿੱਚੋਂ, ਸਾਡੇ ਆਮ ਜਨ ਜੀਵਨ ਦੇ ਵਿੱਚੋਂ ਉਦਾਹਰਨਾਂ ਦੇ ਨਾਲ ਸਮਝਾਇਆ ਹੈ। ਕੋਈ ਬਹੁਤੀਆਂ ਇਹੋ ਜਿਹੀਆਂ ਉਰਾਰ ਪਾਰ ਦੀਆਂ ਗੱਲਾਂ ਨਹੀਂ ਕਿ ਜਿਹੜੀਆਂ ਸਾਨੂੰ ਸਮਝ ਨਾ ਆਣ। ਸਾਡੇ ਜੀਵਨ ਵਿੱਚ ਹੀ ਜਿਹੜੇ ਵਰਤਾਰੇ ਵਰਤਦੇ ਹਨ, ਉਹਨਾਂ ਵਰਤਾਰਿਆਂ ਦੇ ਰਾਹੀਂ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਇਹ ਹਜ਼ੂਰ ਕਹਿੰਦੇ ਨੇ ਕਿ ਬੇਸ਼ੱਕ ਬੰਦਾ ਸਿਆਣਾ ਹੋਵੇ, ਬੇਸ਼ੱਕ ਬੰਦੇ ਦੇ ਕੋਲ ਸੂਝ ਹੋਵੇ, ਮਤ ਹੋਵੇ, ਪੜ੍ਹਿਆ ਲਿਖਿਆ ਹੋਵੇ, ਹਰ ਕੰਮ ਦੇ ਵਿੱਚ ਉਹ ਮਾਹਰ ਹੋਵੇ, ਮੁਬਾਰਕ ਹੈ। ਪਰ ਮਹਾਰਾਜ ਕਹਿੰਦੇ ਨੇ ਫਿਰ ਵੀ ਬੰਦੇ ਨੂੰ ਆਪਣੇ ਆਲੇ ਦੁਆਲੇ ਦੇ ਵਿੱਚ ਵਿਚਰਦਿਆਂ ਹੋਇਆਂ, ਜਿਹੜੇ ਬੰਦੇ ਜਿਸ ਕੰਮ ਨੂੰ ਉਹ ਕਰਨ ਲੱਗਾ ਹੈ, ਉਹ ਜਾਣਕਾਰ ਜਿਹੜੇ ਨੇ, ਉਸ ਵਿਸ਼ੇ ਦੇ ਮਾਹਰ ਨੇ, ਉਹਨਾਂ ਦੇ ਕੋਲੋਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ, ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਇੱਥੋਂ ਤੱਕ ਵੀ ਸਿਆਣੇ ਕਹਿੰਦੇ ਨੇ ਕਿ ਜੇ ਬੇਸ਼ੱਕ ਕਿਸੇ ਦੀ ਨਾ ਵੀ ਮੰਨੇ ਤੇ ਸੁਣਨ ਦੇ ਵਿੱਚ ਕੋਈ ਹਰਜ ਨਹੀਂ ਹੈ, ਪਰ ਕੁਝ ਬੰਦੇ ਤਾਂ ਐਸੇ ਹੁੰਦੇ ਨੇ ਜਿਹੜੇ ਗੱਲ ਹੀ ਨਹੀਂ ਸੁਣਨਾ ਚਾਹੁੰਦੇ। ਕਿਸੇ ਦੇ ਨਾਲ ਮਸ਼ਵਰਾ ਕਰਨਾ, ਕਿਸੇ ਦੇ ਨਾਲ ਸਲਾਹ ਕਰਨੀ, ਜੀਵਨ ਦੇ ਵਿੱਚ ਹਰ ਇੱਕ ਵਿਸ਼ੇ ਦਾ ਕੋਈ ਨਾ ਕੋਈ ਮਾਹਰ ਹੁੰਦਾ ਹੈ। ਸਾਇੰਸ ਦਾ ਆਪਾਂ ਪੜ੍ਹਦੇ ਹਾਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਬੱਚੇ ਪੜ੍ਹਦੇ ਨੇ। ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਵੇਖਦੇ ਹਾਂ ਹਰ ਇੱਕ ਸਬਜੈਕਟ ਹੈ। ਸਾਇੰਸ ਪੜ੍ਹਾਉਣ ਵਾਲਾ ਟੀਚਰ ਜਿਹੜਾ ਹੈ, ਉਹਨੂੰ ਕਹੀਏ ਕਿ ਤੂੰ ਹਿਸਟਰੀ ਪੜ੍ਹਾ ਦੇ, ਉਹ ਨਹੀਂ ਪੜ੍ਹਾ ਸਕੇਗਾ। ਬੇਸ਼ੱਕ ਟਾਈਮ ਪਾਸ ਕਰ ਦੇਵੇ ਕਲਾਸ ਵਿੱਚ ਬੈਠ ਕਰਕੇ, ਪਰ ਜਿਸ ਵਿਸ਼ੇ ਦਾ ਉਹ ਮਾਹਰ ਹੈ, ਉਸ ਵਿਸ਼ੇ ਦੇ
ਬੱਚਿਆਂ ਨੂੰ ਹੀ ਉਸ ਵਿਸ਼ੇ ਨੂੰ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਪੜ੍ਹਾ ਸਕਦਾ ਹੈ। ਕੋਈ ਹਿੰਦੀ ਪੜ੍ਹਨ ਵਾਲਾ ਆਖੇ ਕੋਈ ਹੋਰ ਭਾਸ਼ਾ ਜਿਹੜੀ ਹੈ ਉਹ ਪੜ੍ਹਾ ਦੇਵੇ, ਹਿੰਦੀ ਦੇ ਵਿੱਚ ਉਹ ਐਕਸਪਰਟ ਹੈ। ਜਿਸ ਚੀਜ਼ ਦਾ ਜਿਹੜਾ ਐਕਸਪਰਟ ਹੈ ਉਹਦੇ ਵਿੱਚ ਹੀ ਉਹ ਅੱਛੀ ਤਰ੍ਹਾਂ ਦੇ ਨਾਲ ਗੱਲ ਸਿਖਾ ਸਕਦਾ ਹੈ, ਸਮਝਾ ਸਕਦਾ ਹੈ, ਪੱਲੇ ਪਾ ਸਕਦਾ ਹੈ। ਇੱਕ ਸਾਇੰਸ ਦਾ ਟੀਚਰ ਜਿਹੜਾ ਹੈ ਉਹ ਕਿਸੇ ਦੂਸਰੇ ਵਿਸ਼ੇ ਨੂੰ ਕਿਸ ਤਰ੍ਹਾਂ ਦੇ ਨਾਲ ਪੜ੍ਹਾ ਸਕਦਾ ਹੈ। ਬੇਸ਼ੱਕ ਥੋੜੀ ਬਹੁਤ ਜਾਣਕਾਰੀ ਹਰ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ, ਵਿਸ਼ੇ ਦੇ ਵਿੱਚ ਹੁੰਦੀ ਹੈ, ਪਰ ਪੂਰਨ ਤੌਰ ਦੇ ਉੱਪਰ ਜੇ ਕੋਈ ਕਵੇ ਕਿ ਉਹ ਉਸ ਵਿਸ਼ੇ ਦੇ ਨਾਲ ਨਿਆਂ ਕਰ ਸਕੇ, ਤੇ ਜਿਸ ਵਿਸ਼ੇ ਦੇ ਵਿੱਚ ਜਿਹੜਾ ਮਨੁੱਖ ਬੰਦਾ ਮਾਹਰ ਹੈ ਉਹਦੇ ਵਿੱਚ ਹੀ ਉਹ ਨਿਆਂ ਕਰ ਸਕਦਾ ਹੈ। ਸਾਡੇ ਵਿੱਚ ਇਹ ਬੜੀ ਘਾਟ ਹੈ ਕਿ ਅਸੀਂ ਜਦੋਂ ਦੁਨਿਆਵੀ ਤੌਰ ਦੇ ਉੱਪਰ, ਸੰਸਾਰੀ ਪੱਧਰ ਦੇ ਉੱਪਰ ਕਿਸੇ ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕਰਨੀ ਹੈ, ਗਿਆਨ ਲੈਣਾ ਹੈ, ਤੇ ਅਸੀਂ ਉਸ ਵਿਸ਼ੇ ਦੇ ਐਕਸਪਰਟਾਂ ਦੇ ਕੋਲ ਜਾਂਦੇ ਹਾਂ। ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ, ਜਿਸ ਦੇ ਨਾਲ ਜੁੜ ਕੇ ਜੀਵਨ ਦਾ ਬੇੜਾ ਪਾਰ ਕਰਨਾ ਹੈ, ਉਹ ਅਸੀਂ ਇਹੋ ਜਿਹੇ ਬੰਦਿਆਂ ਦੇ ਕੋਲ ਜਾਂਦੇ ਹਾਂ ਜਿਨ੍ਹਾਂ ਨੂੰ ਧਰਮ ਦਾ ਊੜਾ ਐੜਾ ਵੀ ਨਹੀਂ ਪਤਾ ਹੁੰਦਾ, ਜਿਨ੍ਹਾਂ ਦੀਆਂ ਮਹਿਜ਼ ਇੱਕ ਧਰਮ ਦੇ ਨਾਮ ਦੇ ਉੱਪਰ ਦੁਕਾਨਾਂ ਹੁੰਦੀਆਂ ਨੇ, ਤੇ ਔਰ ਉਹ ਉਹਨਾਂ ਦੁਕਾਨਾਂ ਦੇ ਵਿੱਚ ਬੈਠੇ ਹੋਏ ਧਰਮ ਦਾ ਵਪਾਰ ਕਰਦੇ ਨੇ, ਸੋ ਕਾਲਡ। ਇਹ ਨਹੀਂ ਮਤਲਬ ਕਿ ਜੀਵਨ ਦੀ ਉਹ ਸੋਝੀ ਦਿੰਦੇ ਨੇ, ਗਿਆਨ ਦਿੰਦੇ ਨੇ। ਬਹੁਤ ਐਸੇ ਨਾਮ ਨੇ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਲਏ ਜਾ ਸਕਦੇ ਨੇ ਅੱਜ ਦੇ ਸਾਡੇ ਸਮਾਜ ਦੇ ਵਿੱਚ। ਜਿਨ੍ਹਾਂ ਲੋਕਾਂ ਨੇ ਧਰਮ ਨੂੰ ਦੁਕਾਨਦਾਰੀ ਬਣਾ ਕਰਕੇ ਵਪਾਰ ਕੀਤਾ, ਵੱਡੇ ਵੱਡੇ ਉਹਨਾਂ ਦੇ ਜਿੱਦਾਂ ਇੰਪਾਇਰ ਹੁੰਦੇ ਨੇ ਨਾ, ਵੱਡੀਆਂ ਫੈਕਟਰੀਆਂ ਜਾਂ ਲਾਏ ਹੁੰਦੇ ਨੇ, ਉਹਨਾਂ ਦੇ ਦੇਖੋ ਜਾ ਕੇ ਵੱਡੇ ਵੱਡੇ ਉਹਨਾਂ ਦੇ ਡੇਰੇ ਨੇ, ਉਹਨਾਂ ਦੇ ਵਿੱਚ ਆਲੀ ਸ਼ਾਨ ਰਹਿਣ ਸਹਿਣ। ਲੋਕਾਂ ਨੂੰ ਕਹਿਣਾ ਹੈ ਇਹ ਮਾਇਆ ਜਿਹੜੀ ਹੈ ਇਹ ਨਾਗਨੀ ਹੈ, ਪਰ ਆਪ ਇਹੋ ਜਿਹੇ ਗੱਦਿਆਂ ਦੇ ਉੱਪਰ ਬੈਠੇ ਹੋਣਾ, ਇਹੋ ਜਿਹੀਆਂ ਆਲੀ ਸ਼ਾਨ ਉਹਨਾਂ ਦੇ ਕੋਲ ਵਸਤੂਆਂ, ਗੱਡੀਆਂ, ਮੋਟਰਾਂ, ਜਿਹੜੀਆਂ ਵੱਡੇ ਵੱਡੇ ਜਿਹੜੇ ਤਨਾੜ, ਜਿਹੜੇ ਜ਼ਿਮੀਂਦਾਰ, ਜਿਹੜੇ ਵਪਾਰੀ ਕਹਿ ਲਓ, ਉਹਨਾਂ ਦੇ ਕੋਲ ਵੀ ਉਹ ਨਹੀਂ ਹੁੰਦੀਆਂ ਜਿਹੜੀਆਂ ਉਹਨਾਂ ਅਖੌਤੀ ਦੁਕਾਨਦਾਰਾਂ ਦੇ ਕੋਲ। ਮੈਂ ਤਾਂ ਦੁਕਾਨਦਾਰ ਹੀ ਕਹਾਂਗਾ। ਫਿਰ ਉਹ ਐਸੇ ਐਸੇ ਮਸਲਿਆਂ ਦੇ ਵਿੱਚ ਉਲਝਾ ਦਿੰਦੇ ਨੇ, ਉਹਨਾਂ ਦੇ ਕੋਲ ਜਾਓ ਕਿ ਕਈ ਬੰਦਿਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਤਹਿਸ ਨਹਿਸ ਹੋ ਗਈਆਂ ਇਹੋ ਜਿਹੇ ਪਖੰਡੀਆਂ ਦੇ ਢੇ ਚੜ੍ਹ ਕਰਕੇ। ਅਸੀਂ ਐਕਸਪਰਟ ਦੇ ਕੋਲ ਨਹੀਂ ਗਏ। ਪਤਾ ਹੈ ਮਹਾਰਾਜ ਕਹਿੰਦੇ ਨੇ, ਅਸੀਂ ਰੋਜ਼ ਮੇਰੇ ਖਿਆਲ ਦੇ ਨਾਲ ਹਰ ਗੁਰਦੁਆਰੇ ਦੇ ਵਿੱਚ ਇਹ ਹੁਕਮਨਾਮਾ ਜਿਹੜਾ ਹੈ ਗੁਰੂ ਦਾ ਅਕਸਰ ਤੁਸੀਂ ਪੜ੍ਹਦੇ ਵੀ ਹੋ, ਸੁਣਦੇ ਵੀ ਹੋ। ਕਈ ਵਾਰ ਮਹਾਰਾਜ ਕਹਿੰਦੇ ਨੇ ਕਿ ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਹਜ਼ੂਰ ਸਾਡੇ ਪੱਧਰ ਦੇ ਉੱਪਰ ਜਿਹੜੀ ਹੈ ਸਾਨੂੰ ਗੱਲ ਸਮਝਾਉਂਦੇ ਨੇ। ਹਰ ਬੰਦਾ ਦੁਖੀ ਹੈ। ਕਿਹੜਾ ਬੰਦਾ ਹੈ ਜਿਹਦੇ ਜੀਵਨ ਦੇ ਵਿੱਚ ਦੁੱਖ ਨਹੀਂ ਹੈ? ਦੁੱਖ ਤਾਂ ਮਹਾਰਾਜ ਨੇ ਸਮਝਾ ਦਿੱਤਾ ਬਾਣੀ ਦੇ ਵਿੱਚ ਕਿ ਇਹ ਤਾਂ ਇੱਕ ਸਮਾਨੇ, ਜਿਸ ਤਰ੍ਹਾਂ ਜੀਵਨ ਦੇ ਵਿੱਚ ਧੁੱਪ ਆਉਂਦੀ ਹੈ, ਛਾਂ ਆਉਂਦੀ ਹੈ, ਜਿਸ ਤਰ੍ਹਾਂ ਅਸੀਂ ਚੰਗੇ ਜਾਂ ਮੰਦੇ ਕੱਪੜੇ ਪਹਿਨਦੇ ਹਾਂ, ਗੰਦੇ ਹੋ ਜਾਂਦੇ ਨੇ, ਉਹਨਾਂ ਨੂੰ ਉਤਾਰ ਦਿੰਦੇ ਹਾਂ, ਫਿਰ ਸਾਫ਼ ਕੱਪੜੇ ਪਹਿਨ ਲੈਂਦੇ ਹਾਂ, ਉਹ ਵੀ ਕੁਝ ਸਮੇਂ ਬਾਅਦ ਗੰਦੇ ਹੋ ਜਾਂਦੇ ਨੇ, ਫਿਰ ਅਸੀਂ ਉਤਾਰ ਕੇ ਧੋ ਕਰਕੇ ਪਹਿਨ ਲੈਂਦੇ ਹਾਂ। ਇੱਕ ਆਮ ਜਿਹੀ ਇੱਕ ਜੀਵਨ ਦੇ ਵਿੱਚ, ਜੀਵਨ ਦਾ ਇੱਕ ਪੱਖ ਹੈ, ਆਮ ਜਿਹੀ ਗੱਲ ਹੈ। ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਸੁੱਖ ਕੱਪੜਿਆਂ ਦੀ ਤਰ੍ਹਾਂ ਪਹਿਰੇ ਜਾਏ, ਜੀਵਨ ਦੇ ਵਿੱਚ ਉਤਾਰਦਾ ਪਹਿਨਦਾ ਰਹਿੰਦਾ ਹੈ। ਸਾਮਾਨਯ ਹੈ, ਆਮ ਹੈ, ਇੱਕ ਕਾਮਨ ਜਿਹੀ ਗੱਲ ਹੈ।
ਹਰ ਬੰਦਾ ਦੁੱਖਾਂ ਤੋਂ ਘਬਰਾਉਂਦਾ ਹੈ, ਔਰ ਐਸਾ ਕੋਈ ਹੈ ਨਹੀਂ ਜਿਹਦੇ ਜੀਵਨ ਦੇ ਵਿੱਚ ਦੁੱਖ ਨਾ ਹੋਵੇ। ਮਹਾਰਾਜ ਜੀ ਨੇ ਇੱਕ ਪੂਰਾ ਸ਼ਲੋਕ ਜਿਹੜਾ ਹੈ ਬੜੇ ਵਿਸਥਾਰ ਦੇ ਨਾਲ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਨਾਮ ਲੈ ਲੈ ਕਰਕੇ ਤੇ ਅੰਤ ਦੇ ਵਿੱਚ ਇਹ ਗੱਲ ਕਹੀ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਕਰ ਆਇਆ, ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵੇ ਦੈਸਰ ਲੰਕ ਗਵਾਏ, ਜਨ ਸੀਤਾ ਆਂਦੀ ਡਉਰੂ ਵਾਏ, ਰੋਵੇ ਸ਼ੇਖ ਮਸ਼ਾਏ ਕਪੀਰ, ਅੰਤ ਕਾਲ ਜਮ ਲਾਗੇ ਪੀਰ, ਰੋਵੇ RAM ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਤੇ ਅੰਤ ਵਿੱਚ ਮਹਾਰਾਜ ਜੀ ਨੇ ਇਹ ਗੱਲ ਕਹੀ ਕਿ ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇੱਕ ਨਹੀਂ ਹੈ ਕਹਿੰਦੇ, ਜਿਸ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਵੇ ਉਹ ਵਿਚਾਰੀ ਰੋਂਦੀ ਹੈ, ਸਾਰਾ ਜੀਵਨ ਉਹਦਾ ਰੋ ਧੋ ਕੇ ਲੰਘਦਾ ਹੈ, ਆਪਣੇ ਪਤੀ ਦੀ ਯਾਦ ਦੇ ਵਿੱਚ ਰੋਂਦੀ ਹੈ। ਜਾਂ ਜਿਸ ਦਾ ਕੋਈ ਵੀ ਜੀਵਨ ਦੇ ਵਿੱਚੋਂ ਸੰਬੰਧ ਦੇ ਵਿੱਚੋਂ ਮਾਤਾ ਪਿਤਾ ਕੋਈ ਵੀ ਚਲਾ ਜਾਵੇ ਉਹ ਰੋਂਦਾ ਹੈ। ਤੇ ਮਹਾਰਾਜ ਕਹਿੰਦੇ ਨੇ, ਗੱਲ ਖਤਮ ਕਰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ, ਹਰੇਕ ਨੂੰ ਦੁੱਖ ਹੈ। ਇਹ ਇੱਕ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਤੇ ਜ਼ਿੰਦਗੀ ਦੇ ਵਿੱਚ ਥਾਂ ਥਾਂ ਤੇ ਦੁੱਖ ਨੇ, ਜਗ੍ਹਾ ਜਗ੍ਹਾ ਦੇ ਉੱਪਰ ਦੁੱਖ ਨੇ, ਦੁੱਖਾਂ ਦਾ ਸਮੁੰਦਰ ਨਜ਼ਰ ਆਉਂਦਾ ਹੈ, ਸਾਗਰ ਨਜ਼ਰ ਆਉਂਦਾ ਹੈ। ਜਿਸ ਤਰ੍ਹਾਂ ਕਦੇ ਸਮੁੰਦਰ ਦੇ ਕੋਲ ਜਾਓ ਤੇ ਆਲੇ ਦੁਆਲੇ ਲਹਿਰਾਂ ਨੂੰ ਦੇਖ ਕਰਕੇ, ਵਿਸ਼ਾਲ ਪਾਣੀ ਦੇ ਭੰਡਾਰ ਨੂੰ ਦੇਖ ਕਰਕੇ ਤੇ ਬੰਦਾ ਡਰ ਜਾਂਦਾ ਹੈ। ਤੇ ਜੇ ਸਮੁੰਦਰ ਦੇ ਵਿੱਚ ਬੇੜੇ ਦੇ ਵਿੱਚ ਜਾਂ ਬੇੜੀ ਦੇ ਵਿੱਚ ਕਿਤੇ ਬੈਠਾ ਹੋਵੇ ਤੇ ਉਸ ਵੇਲੇ ਹਵਾ ਚੱਲ ਰਹੀ ਹੋਵੇ, ਤੂਫਾਨ ਚੱਲ ਰਿਹਾ ਹੋਵੇ, ਲਹਿਰਾਂ ਉੱਠ ਰਹੀਆਂ ਹੋਣ ਤੇ ਉਸ ਵੇਲੇ ਤੇ ਹੋਰ ਵੀ ਜ਼ਿਆਦਾ ਭੈ ਭੀਤ ਹੋ ਜਾਂਦਾ ਹੈ, ਡਰ ਜਾਂਦਾ ਹੈ ਬੰਦਾ। ਹਜ਼ੂਰ ਨੇ ਸਾਨੂੰ ਜਿਹੜਾ ਹੈ ਨਾ ਸਮਝਾਇਆ ਹੈ ਕਿ ਅਸੀਂ ਵੀ ਜਦੋਂ ਜੀਵਨ ਦੇ ਵਿੱਚ ਅਨੇਕਾਂ ਦੁੱਖ ਵਾ ਨੇਰੀਆਂ ਦੁੱਖਾਂ ਦੀਆਂ ਝੁੱਲ ਪੈਂਦੀਆਂ ਨੇ, ਤੂਫਾਨ ਖੜੇ ਹੋ ਜਾਂਦੇ ਨੇ, ਦੁੱਖ ਹੀ ਦੁੱਖ ਜੀਵਨ ਦੇ ਵਿੱਚ, ਕਦੇ ਸਰੀਰਕ ਕਦੇ ਮਾਨਸਿਕ, ਤਰ੍ਹਾਂ ਤਰ੍ਹਾਂ ਦੇ ਦੁੱਖ ਨੇ। ਆਦੀਆਂ ਵਿਆਦੀਆਂ ਉਪਾਧੀਆਂ ਬੜੀਆਂ ਨੇ, ਕੋਈ ਸਰੀਰ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਮਾਂ ਬਾਪ ਪੁੱਤਰ ਕਰਕੇ ਦੁਖੀ ਹੈ, ਧੀ ਕਰਕੇ ਦੁਖੀ ਹੈ, ਕੋਈ ਨਹੁੰ ਕਰਕੇ ਦੁਖੀ ਹੈ, ਕੋਈ ਕਿਸੇ ਤਰ੍ਹਾਂ ਦਾ ਦੁੱਖਾਂ ਦੀ ਗਿਣਤੀ ਕਰਨ ਲੱਗੋਗੇ ਤੇ ਅੰਤ ਹੋਣਾ ਹੀ ਨਹੀਂ। ਤੇ ਮਹਾਰਾਜ ਕਹਿੰਦੇ ਨੇ, ਜਦੋਂ ਵੀ ਕਿਸੇ ਦੇ ਕੋਲ ਬੈਠੋ ਤੇ ਉਹ ਇਹੋ ਹੀ ਗੱਲ ਕਹਿੰਦਾ ਹੈ, ਜਾਂ ਕਿਸੇ ਦੇ ਦੁੱਖ ਦੇ ਵਿੱਚ ਗਿਆ ਹੋਵੇ, ਕੋਈ ਚੜ੍ਹਾਈ ਕਰ ਗਿਆ, ਉੱਥੇ ਜਾ ਕਰਕੇ ਉਸ ਬੰਦੇ ਦੇ ਦੁੱਖ ਨੂੰ ਹਲਕਾ ਕਰਨ ਦੀ ਥਾਂ ਤੇ ਬੰਦਾ ਪਤਾ ਕੀ ਕਰਦਾ ਹੈ, ਆਪਣੇ ਦੁੱਖਾਂ ਦੀ ਪੰਡ ਖੋਲ ਕੇ ਬਹਿ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਹਾਂ ਕਿ ਹਰ ਬੰਦਾ ਜਿਹੜਾ ਹੈ ਆਪਣੇ ਦੁੱਖਾਂ ਕਰਕੇ ਬੜਾ ਦੁਖੀ ਹੈ। ਦੇਖਣ ਨੂੰ ਬੰਦਾ ਸੁਖੀ ਲੱਗਦਾ ਹੈ, ਪਰ ਦੁੱਖ ਦੀਆਂ ਪੰਡਾਂ ਖੁੱਲੀਆਂ, ਜਦੋਂ ਪੰਡਾਂ ਖੁੱਲਦੀਆਂ ਨੇ ਫਿਰ ਇੱਕ ਵੀ ਸੁੱਖ ਵਾਲੀ ਗੱਲ ਜਿਹੜੀ ਹੈ ਉਹਦੇ ਮੂੰਹ ਦੇ ਵਿੱਚੋਂ ਨਹੀਂ ਨਿਕਲਦੀ। ਨਾ ਕਦੇ, ਬਹੁਤ ਘੱਟ ਹੋਣਗੇ ਜਿਹੜੇ ਬੰਦੇ ਕਦੇ ਸ਼ੁਕਰਾਨੇ ਦੀ ਵੀ ਗੱਲ ਉਹਨਾਂ ਦੇ ਮੂੰਹ ਚੋਂ ਨਿਕਲਦੀ ਹੋਵੇਗੀ। ਇੱਕ ਤੋਂ ਬਾਅਦ ਇੱਕ ਦੁੱਖ, ਇੱਕ ਤੋਂ ਬਾਅਦ ਇੱਕ ਦੁੱਖ, ਲੜੀ ਤੇ ਝੜੀ ਲੱਗ ਜਾਂਦੀ ਹੈ ਦੁੱਖਾਂ ਦੀ, ਕੋਈ ਖਤਮ ਹੁੰਦਾ ਨਜ਼ਰ ਨਹੀਂ ਆਉਂਦਾ। ਬੰਦਾ ਭੈ ਭੀਤ ਹੋ ਜਾਂਦਾ ਹੈ, ਡਰਦਾ ਹੈ, ਬੜਾ ਦੁੱਖਾਂ ਤੋਂ ਡਰਦਾ ਹੈ, ਮੌਤ ਤੋਂ ਬੜਾ ਡਰਦਾ ਹੈ। ਹਰ ਇੱਕ ਭਾਵੇਂ ਛੋਟਾ ਤੇ ਭਾਵੇਂ ਵੱਡਾ ਦੁੱਖ ਜਿਹੜਾ ਹੈ ਬੰਦੇ ਨੂੰ ਸਹਿਮ ਦੇ ਵਿੱਚ ਪਾ ਦਿੰਦਾ ਹੈ। ਮਹਾਰਾਜ ਜੀ ਨੇ ਇੱਥੇ ਇਸ ਸ਼ਲੋਕ ਦੇ ਵਿੱਚ ਤੇ ਦੋਨਾਂ ਸ਼ਲੋਕਾਂ ਦੇ ਵਿੱਚ ਸਰਵ ਪੱਖੀ ਗੱਲ ਕੀਤੀ ਹੈ। ਮੈਂ ਬੇਨਤੀ ਕਰ ਰਿਹਾ ਸੀ, ਹਜ਼ੂਰ ਨੇ ਸਾਨੂੰ ਰਸਤਾ ਦੱਸ ਦਿੱਤਾ ਕਿ ਜਦੋਂ ਮੇਰਾ ਜੀ, ਮੇਰੀ ਜਿੰਦ ਦੁੱਖਾਂ ਤੋਂ ਭੈਭੀਤ ਹੁੰਦੀ ਹੈ
ਦੁੱਖਾਂ ਦੇ ਸਮੁੰਦਰ ਨੂੰ ਦੇਖ ਕੇ ਡਰ ਜਾਂਦੀ ਹੈ। ਮੈਂ ਸੋਚਦਾ ਹਾਂ ਕਿ ਇਹ ਦੁੱਖ ਮੈਂ ਕਿਸ ਦੇ ਅੱਗੇ ਰੱਖਾਂ, ਕਿਸ ਨੂੰ ਸੁਣਾਵਾਂ। ਇਸ ਦੁੱਖਾਂ ਤੋਂ ਪਾਰ ਕਰਨ ਵਾਲੀ ਕਿਹੜੀ ਤਾਕਤ ਹੈ, ਕਿਹੜੀ ਸ਼ਕਤੀ ਹੈ ਜਿਹੜੀ ਇਸ ਦੁੱਖਾਂ ਦੇ ਸਮੁੰਦਰ ਦੇ ਉੱਪਰੋਂ ਦੀ ਮੈਨੂੰ ਲੰਘਾ ਦੇਵੇਗੀ, ਇਹਨਾਂ ਦੁੱਖਾਂ ਨੂੰ ਮੈਂ ਪਾਰ ਕਰ ਜਾਵਾਂਗਾ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਸ਼ਕਤੀ ਹੈ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ, ਕਿਹਦੇ ਅੱਗੇ ਪੁਕਾਰ ਕਰਾਂ। ਹੁਣ ਜਦੋਂ ਇਦਾਂ ਦਾ ਸਮਾਂ ਹੋਵੇ, ਬੰਦੇ ਦੇ ਜੀਵਨ ਦੇ ਵਿੱਚ ਦੁੱਖ ਹੋਣ, ਤੇ ਸਹਿਮਿਆ ਹੋਇਆ ਬੰਦਾ ਫਿਰ ਉਹਨਾਂ ਦੁੱਖਾਂ ਤੋਂ ਨਿਜਾਤ ਪਾਉਣ ਵਾਸਤੇ ਕੋਈ ਨਾ ਕੋਈ ਆਸਰਾ ਭਾਲਦਾ ਹੈ, ਲੱਭਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ ਕੋਈ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਸਹੀ ਰਸਤੇ ਦੇ ਉੱਪਰ ਚੱਲ ਕੇ ਸਹੀ ਥਾਂ ਤੇ ਪਹੁੰਚ ਕਰਕੇ ਆਪਣੇ ਦੁੱਖਾਂ ਤੋਂ ਨਿਜਾਤ ਪਾ ਲੈਂਦੇ ਨੇ। ਬਹੁਤੇ ਜਿਹੜੇ ਨੇ ਪਖੰਡੀਆਂ ਦੇ ਢੇਰ ਚੜ ਜਾਂਦੇ ਨੇ। ਆ ਟੀਵੀ ਦੇ ਖੋਲੋ ਨਾ ਸਵੇਰੇ, ਦੁੱਖਾਂ ਤੋਂ ਛੁਟਕਾਰਾ, ਵਸ਼ੀਕਰਨ, ਤਰ੍ਹਾਂ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਹ ਲਿਖੇ ਹੁੰਦੇ ਨੇ। ਉਹ ਜਿਹੜੇ ਐਡਵਰਟਾਈਜ਼ਮੈਂਟਾਂ ਵਾਲੇ ਹੁੰਦੇ ਨੇ, ਉਹਨਾਂ ਦੀਆਂ ਐਡਾਂ ਵਾਲਾ, ਟੀਵੀ ਦੇ ਵਿੱਚ ਐਡਾਂ ਆ ਰਹੀਆਂ ਨੇ ਉਹਨਾਂ ਦੀਆਂ, ਉਹ ਦੁੱਖਾਂ ਤੋਂ ਤੁਹਾਨੂੰ ਪਾਰ ਲੰਘਾਉਣਗੇ। ਉਹ ਤੁਹਾਡੇ ਦੁੱਖ ਜਿਹੜੇ ਨੇ ਦੂਰ ਕਰਨਗੇ। ਸੌਤਣ ਦੇ ਕੋਲੋਂ ਛੁਟਕਾਰਾ, ਫਲਾਨੀ ਚੀਜ਼ ਤੋਂ ਛੁਟਕਾਰਾ, ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਪੜ੍ਹ ਕੇ ਵੇਖ ਕਰਕੇ ਮਨ ਬੜਾ ਕਈ ਵਾਰ ਹੈਰਾਨ ਹੁੰਦਾ ਹੈ। ਔਰ ਦੇਖੋ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਕੋਲ, ਜੋਤਸ਼ੀਆਂ ਦੇ ਕੋਲ, ਤੰਤਰ ਮੰਤਰ ਜੰਤਰ ਟੂਣੇ ਟਪਾਣੇ ਵਾਲੇ ਸੋ ਕਾਲਡ ਸਿਆਣੇ। ਸਿਆਣਾ ਲੱਭਦੇ ਆ ਅਸੀਂ, ਸਿਆਣੇ ਕੋਲ ਜਾ ਕਰਕੇ ਫਿਰ ਅਖੇ ਸਿਆਣੇ, ਕਿਸੇ ਸਿਆਣੇ ਨੂੰ ਵਿਖਾਓ। ਇਹ ਭਰਮਾਂ ਵਹਿਮਾਂ ਦੇ ਵਿੱਚ ਪਈਆਂ ਬੀਬੀਆਂ, ਕੋਈ ਬਿਮਾਰ ਹੋ ਜਾਵੇ, ਕੋਈ ਮਾਨਸਿਕ ਪਰੇਸ਼ਾਨੀ ਹੋਏ, ਬਿਮਾਰੀ ਹੋਏ, ਤੇ ਉੱਥੇ ਫਲਾਨੇ ਸਿਆਣੇ ਦੇ ਕੋਲ ਚਲੇ ਜਾਓ, ਕਿਸੇ ਸਿਆਣੇ ਨੂੰ ਵਿਖਾਉਣਾ ਸੀ ਭੈਣੇ, ਏਦਾਂ ਆਂਦੀਆਂ ਨੇ। ਇਹ ਸਾਨੂੰ ਇੰਨਾ ਨਹੀਂ ਪਤਾ ਵੀ ਸਾਡੇ ਵਿੱਚ ਸਿਆਣਾ ਕੌਣ ਹੈ। ਸਾਡੇ ਗੁਰੂ ਨਾਲੋਂ, ਗੁਰੂ ਦੇ ਗਿਆਨ ਵਾਲੇ ਨਾਲੋਂ ਕੋਈ ਸਿਆਣਾ ਕੋਈ ਹੋ ਸਕਦਾ ਹੈ? ਸਾਨੂੰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਰਾਹ ਦੇ ਉੱਪਰ ਪਾ ਦਿੱਤਾ ਜਿਸ ਰਸਤੇ ਦੇ ਉੱਪਰ ਕੋਈ ਭਰਮ ਤੇ ਕੋਈ ਸ਼ੱਕ ਸ਼ੁਬਾ ਤੇ ਕੋਈ ਭੁਲੇਖੇ ਵਾਲੀ ਗੱਲ ਰੱਖੀ ਹੀ ਨਹੀਂ। ਬੜਾ ਸਿੱਧਾ ਔਰ ਬੜਾ ਸਿੰਪਲ ਹੈ, ਕੋਈ ਔਖੀ ਗੱਲ ਨਹੀਂ। ਅਸੀਂ ਫਿਰ ਵੀ ਇੰਨੀ ਸਿੰਪਲੀ ਦੇ ਬਾਵਜੂਦ ਵੀ, ਇੰਨੇ ਸਪਸ਼ਟ ਉਪਦੇਸ਼ ਦੇ ਬਾਵਜੂਦ ਵੀ ਅਸੀਂ ਥਾਂ ਥਾਂ ਤੇ ਇਹੋ ਜਿਹੇ ਪਖੰਡੀਆਂ ਦੇ ਸ਼ਿਕਾਰ ਹੁੰਦੇ ਹਾਂ। ਇਹੋ ਜਿਹੇ ਅਖੌਤੀ ਸਿਆਣਿਆਂ ਦੇ ਕੋਲ ਜਾ ਜਾ ਕਰਕੇ ਆਪਣਾ ਧਨ ਵੀ ਬਰਬਾਦ ਕਰਦੇ ਹਾਂ। ਤੇ ਜਦੋਂ ਉਹਨਾਂ ਦਾ ਚਰਿੱਤਰ ਸਾਡੇ ਸਾਹਮਣੇ ਆਉਂਦਾ ਹੈ, ਉਹਨਾਂ ਦਾ ਕਰੈਕਟਰ ਜਦੋਂ ਅਸੀਂ ਵੇਖਦੇ ਹਾਂ, ਤੇ ਫਿਰ ਸਾਡਾ ਮਨ ਵੀ ਜਿਹੜਾ ਹੈ ਉਹ ਖਰਾਬ ਹੁੰਦਾ ਹੈ। ਧਨ ਵੀ, ਮਨ ਵੀ, ਸਾਡਾ ਮਾਨਸਿਕ ਤੌਰ ਦੇ ਬਹੁਤੇ ਜਿਹੜੇ ਬੰਦੇ ਨੇ ਨਾ, ਅੱਜ ਅਸੀਂ ਵੇਖਦੇ ਹਾਂ ਪੰਜਾਬ ਜਾਂ ਇਸ ਤੋਂ ਇਲਾਵਾ ਬਹੁਤ ਸਾਰੇ ਐਸੇ ਬੰਦੇ ਨੇ ਜਿਹੜੇ ਧਰਮ ਤੋਂ ਜਿਹੜੇ ਨੇ ਉਹ ਦੂਰ ਜਾ ਚੁੱਕੇ ਨੇ। ਉਹਦਾ ਕਾਰਨ ਜਿਹੜਾ ਹੈ ਇਹੋ ਜਿਹੇ ਪਖੰਡੀਆਂ ਦਾ, ਇਹੋ ਜਿਹੇ ਲੋਕਾਂ ਦਾ ਜਿਹੜੇ ਦਾਅਵੇ ਕਰਦੇ ਨੇ, ਜਿਨ੍ਹਾਂ ਦੇ ਕੋਲ ਠੇਕੇਦਾਰੀਆਂ ਨੇ ਦੁੱਖਾਂ ਤੋਂ ਨਿਜਾਤ ਤੇ ਛੁਟਕਾਰਾ ਪਵਾਉਣ ਦੀਆਂ, ਉਹ ਨੇ। ਹਜ਼ੂਰ ਨੇ ਕਹਿ ਦਿੱਤਾ, ਕਹਿਣ ਲੱਗੇ ਜੇ ਤੇਰਾ ਦੁੱਖ ਕਿਤੇ ਦੂਰ ਹੋਣਾ ਹੈ ਤੇ ਉਹ ਪ੍ਰਭੂ ਪਰਮੇਸ਼ਰ ਦੀ ਸ਼ਰਨ ਪੈ ਕੇ ਹੀ ਦੂਰ ਹੋਣਾ ਹੈ, ਉਵੇਂ ਨਹੀਂ ਦੂਰ ਹੋਣਾ। ਕਹਿੰਦੇ ਮੈਂ ਤਾਂ ਨਹੀਂ ਕਿਸੇ ਸਿਆਣੇ ਅਖੌਤੀ ਕਿਸੇ ਕੋਲ ਜਾ ਕੇ ਆਪਣਾ ਦੁੱਖ ਰੱਖਦਾ। ਬੇਸ਼ੱਕ ਦੁੱਖਾਂ ਦਾ ਸਮੁੰਦਰ ਹੈ, ਪਰ ਮੈਂ ਕਿਹਦੇ ਅੱਗੇ ਅਰਦਾਸ ਕਰਦਾ? ਇਹ ਰਸਤਾ ਗੁਰੂ ਨੇ ਸਾਨੂੰ ਦੱਸਿਆ ਹੈ, ਇਹ ਮਾਰਗ ਸਾਨੂੰ ਗੁਰੂ ਨੇ ਦੱਸਿਆ ਹੈ। ਜਦੋਂ ਸਾਨੂੰ ਡਰ ਲੱਗੇ ਨਾ ਸੰਸਾਰਿਕ ਦੁੱਖਾਂ ਦਾ, ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਜਿਹੜੀਆਂ ਨੇ ਪ੍ਰਬਲ ਹੋ ਰਹੀਆਂ ਨੇ,
ਗੁਰਬਾਣੀ ਪੜ੍ਹੀਏ ਤੇ ਮਹਾਰਾਜ ਇਹ ਕਹਿੰਦੇ ਨੇ, ਲੋਭ ਲਹਿਰ ਅਤ ਨੀਜਰ ਧਾਰਾ, ਕਾਇਆ ਡੁੱਬੈ ਕੇਸਵਾ, ਸੰਸਾਰ ਸਮੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਕਿੰਨਾ ਲਹਿਰਾਂ ਦੇ ਵਿੱਚੋਂ ਤਾਰਨ ਦੀ ਗੱਲ ਕਰ ਰਹੇ ਨੇ ਭਗਤ ਜੀ। ਲੋਭ ਲਹਿਰ, ਮੋਹ ਲਹਿਰ, ਅਹੰਕਾਰ ਦੀ ਲਹਿਰ, ਕਾਮ ਵਾਸ਼ਨਾ ਦੀ ਲਹਿਰ। ਜ਼ਿੰਦਗੀ ਦੇ ਵਿੱਚ ਬਹੁਤ ਲਹਿਰਾਂ ਨੇ ਜਿਨ੍ਹਾਂ ਤੋਂ ਬਚਾਅ ਵਾਸਤੇ ਇੱਕੋ ਹੀ ਮਾਰਗ ਹੈ, ਇੱਕੋ ਹੀ ਰਸਤਾ ਹੈ। ਇਹਨਾਂ ਤੋਂ ਤਾਰਨ ਵਾਲਾ, ਇਹਨਾਂ ਤੋਂ ਪਾਰ ਕਰਨ ਵਾਲਾ ਜਿਹੜਾ ਹੈ, ਦੁੱਖਾਂ ਦੇ ਸਮੁੰਦਰ ਤੋਂ ਲੰਘਾਉਣ ਵਾਲਾ ਜਿਹੜਾ ਹੈ, ਉਹ ਕੇਵਲ ਤੇ ਕੇਵਲ ਵਾਹਿਗੁਰੂ ਹੈ। ਹਜ਼ੂਰ ਕਹਿੰਦੇ ਨੇ, ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ, ਕਿਹਦੇ ਅੱਗੇ ਮੈਂ ਪੁਕਾਰ ਕਰਾਂ। ਤੇ ਮਹਾਰਾਜ ਕਹਿੰਦੇ ਨੇ, ਮੈਨੂੰ ਤੇ ਕੇਵਲ ਇੱਕੋ ਹੀ ਇਹਨਾਂ ਦੁੱਖਾਂ ਤੋਂ, ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਕਰਨ ਵਾਲਾ ਨਜ਼ਰ ਆਉਂਦਾ ਹੈ। ਉਹ ਪਰਮ ਪਿਤਾ ਪਰਮਾਤਮਾ ਹੈ। ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਤੋਂ ਪਾਰ ਲਿਜਾਣ ਵਾਲਾ, ਦੁੱਖਾਂ ਦੇ ਭੈ ਤੋਂ, ਡਰ ਤੋਂ ਮੁਕਤ ਕਰਨ ਵਾਲਾ ਜਿਹੜਾ ਹੈ। ਦੁੱਖ ਵਿਸਾਰਨ ਸੇਵਿਆ, ਮੈਂ ਤਾਂ ਉਹਨੂੰ ਸੇਵਿਆ ਹੈ ਭਾਈ, ਮੈਂ ਤਾਂ ਉਸ ਨੂੰ ਸਿਮਰਿਆ ਹੈ ਜਿਹੜਾ ਪਾਰ ਕਰਨ ਵਾਲਾ ਹੈ। ਜਿਨ੍ਹਾਂ ਦੀ ਬੇੜੀ ਆਪ ਸੰਸਾਰ ਸਮੁੰਦਰ ਦੇ ਵਿੱਚ ਪਤਾ ਨਹੀਂ ਹੈ ਡੁੱਬ ਜਾਣੀ ਹੈ, ਪਾਰ ਲੰਘਣੀ ਹੈ, ਨਹੀਂ ਲੰਘਣੀ, ਉਹਨਾਂ ਦੇ ਕੋਲ ਨਹੀਂ ਮੈਂ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ ਕਿ ਅਜੂ ਸੋ ਨਾਵ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਅਜੇ ਤਾਂ ਬੇੜੀ ਸਮੁੰਦਰ ਦੇ ਵਿੱਚ ਹੈ, ਸੰਸਾਰ ਸਾਗਰ ਦੇ ਵਿੱਚ ਹੈ, ਪਤਾ ਨਹੀਂ ਇਹ ਪਾਰ ਲੰਘਦੀ ਹੈ ਨਹੀਂ ਲੱਗਦੀ। ਜਿਨ੍ਹਾਂ ਦੀ ਬੇੜੀ ਪਾਰ ਹੋ ਚੁੱਕੀ ਹੈ, ਜਿਹੜੇ ਐਕਸਪਰਟ ਨੇ, ਜਿਹੜੇ ਮਾਹਿਰ ਨੇ, ਉਹਨਾਂ ਦੇ ਕੋਲੋਂ ਜਾ ਕੇ ਪੁੱਛਾਂਗੇ, ਉਹਨਾਂ ਦੇ ਕੋਲ ਜਾ ਕੇ ਆਪਣਾ ਦੁੱਖ ਰੱਖਾਂਗੇ, ਆਪਣੀ ਤਕਲੀਫ ਰੱਖਾਂਗੇ, ਉਹ ਸਾਨੂੰ ਸਹੀ ਰਸਤਾ ਦੱਸਣਗੇ, ਉਹ ਸਾਡੀ ਬੇੜੀ ਨੂੰ ਜ਼ਰੂਰ ਅਵਸ਼ ਪਾਰ ਲੰਘਾ ਦੇਣਗੇ। ਕਹਿੰਦੇ ਨੇ ਮਹਾਰਾਜ, ਪਰਮ ਪਿਤਾ ਪਰਮਾਤਮਾ ਪਾਰ ਲੰਘਾਉਣ ਵਾਲਾ ਹੈ। ਦੁੱਖ ਵਿਸਾਰਨ ਸੇਵਿਆ ਸਦਾ ਸਦਾ, ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਤੇ ਮਹਾਰਾਜ ਸ਼ਲੋਕ ਦੇ ਵਿੱਚ ਕਹਿੰਦੇ ਨੇ, ਬੇਸ਼ੱਕ ਤੂੰ ਸਿਆਣਾ ਹੈ, ਬੇਸ਼ੱਕ ਤੂੰ ਕਹਿਣਾ ਹੈ ਮੈਂ ਜਾਣਦਾ ਹਾਂ, ਮੈਨੂੰ ਸਭ ਪਤਾ ਹੈ, ਪਰ ਫਿਰ ਵੀ ਕਹਿੰਦੇ ਨੇ ਯਾਦ ਰੱਖੀ, ਜੇ ਤੂੰ ਤਾਰੂ ਪਾਣ, ਕਹਿੰਦੇ ਮਹਾਰਾਜ ਤਾਹੂ ਪੁੱਛ ਤਿੜਨ ਕੱਲ। ਤਿੜਨ ਕੱਲ ਦਾ ਮਤਲਬ ਹੈ ਜਿਨ੍ਹਾਂ ਦੇ ਕੋਲ ਤਰਨ ਦੀ ਸ਼ਕਤੀ ਹੈ, ਤਾਕਤ ਹੈ। ਕੱਲ ਦਾ ਮਤਲਬ ਹੈ ਤਾਹੂ ਪੁੱਛ, ਫਿਰ ਵੀ, ਤਾਹੂ ਦਾ ਮਤਲਬ ਹੈ ਫਿਰ ਵੀ, ਤਾਂ ਵੀ ਤੂੰ ਪੁੱਛ, ਸਲਾਹ ਕਰ। ਹਜ਼ੂਰ ਨੇ ਜਿਹੜਾ ਹੈ ਨਾ, ਈਗੋ ਤੋਂ ਬਾਹਰ ਆ ਕਰਕੇ ਆਪਣੀ ਓਵਰ ਕੌਨਫੀਡੈਂਸ ਜਿਹੜਾ ਹੈ ਉਹਨੂੰ ਛੱਡ ਕਰਕੇ, ਇਹਦਾ ਮਤਲਬ ਇਹ ਨਹੀਂ ਕਿ ਕੋਈ ਕੌਨਫੀਡੈਂਸ ਨਾ ਰੱਖੇ, ਉਸ ਤੋਂ ਬਿਨਾਂ ਨਹੀਂ ਪਾਰ ਉਤਾਰਾ ਹੋ ਸਕਦਾ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਓਵਰ ਹੈ ਨਾ, ਉਹ ਓਵਰ ਹੀ ਹੈ, ਉਹ ਨਹੀਂ ਹੋਣ। ਪਰਮਾਤਮਾ ਤੇ ਵਿਸ਼ਵਾਸ ਕਰੀਏ, ਭਰੋਸਾ ਰੱਖੀਏ। ਜੀਵਨ ਜਿਉਣ ਦੀ ਸਹੀ ਜਾਂਚ ਜਿਹੜੀ ਹੈ ਗੁਰ ਸ਼ਬਦ ਦੇ ਕੋਲੋਂ, ਗੁਰੂ ਦੇ ਕੋਲੋਂ ਜਾਣੀਏ, ਪੁੱਛੀਏ। ਗੁਰੂ ਸਾਨੂੰ ਗੁਰਤਾਰ ਤਾਰਨ ਹਾਰਿਆ, ਸਨਮੁਖ ਸਿੱਧ ਭੇਟਣ ਕੋ ਆਵੇ, ਨਿਹਚੋ ਦੇ ਵਡਿਆਈ। ਮਹਾਰਾਜ ਦੇ ਅੱਗੇ ਅਰਦਾਸ ਕਰੀਏ, ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀਏ ਜਿਹੜਾ ਸਾਨੂੰ ਸਹੀ ਰਸਤਾ ਗੁਰੂ ਨੇ ਦੱਸਿਆ ਹੈ। ਗੁਰੂ ਦੇ ਨਾਲੋਂ ਵੱਧ ਕੇ ਸਾਡੀ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ, ਹੋਰ ਕੋਈ ਸਿਆਣਾ ਨਹੀਂ ਹੋ ਸਕਦਾ। ਤੇ ਨਾ ਹੀ ਕਦੇ ਅਸੀਂ ਗੁਰੂ ਤੋਂ ਵੱਧ ਜਿਹੜੀ ਹੈ ਅਹਿਮੀਅਤ ਕਿਸੇ ਨੂੰ ਦੇਣੀ ਕਰੀਏ। ਕਈ ਵਾਰ ਅਸੀਂ ਦੇਖਦੇ ਹਾਂ ਆਪਣੇ ਜੀਵਨ ਦੇ ਵਿੱਚ, ਆਲੇ ਦੁਆਲੇ ਦੇਖਦੇ ਹਾਂ, ਕੁਝ ਬੰਦੇ ਨੇ ਜਿਹੜੇ ਬੰਦਿਆਂ ਨੂੰ ਬੜੀ ਅਹਿਮੀਅਤ ਦੇ ਜਾਂਦੇ ਨੇ, ਰੱਬ ਤੋਂ ਵੀ ਉੱਪਰ ਰੱਖ ਦਿੰਦੇ ਨੇ, ਗੁਰੂ ਤੋਂ ਵੀ ਉੱਪਰ ਰੱਖਦੇ ਨੇ। ਪਰ ਸਿੱਖ ਦੇ ਜੀਵਨ ਦੇ ਵਿੱਚ
ਗੁਰ ਸ਼ਬਦ ਤੋਂ ਬਿਨਾ, ਬਾਣੀ ਤੋਂ ਬਿਨਾ ਜਿਹੜਾ ਹੈ ਹੋਰ ਕੋਈ ਉਸ ਤੋਂ ਉੱਪਰ ਨਹੀਂ ਹੋ ਸਕਦਾ, ਨਾ ਹੀ ਕੋਈ ਉਹਦੇ ਬਰਾਬਰ ਹੋ ਸਕਦਾ ਹੈ। ਗੁਰੂ ਦੀ ਵਿਚਾਰ ਵਾਲੇ, ਗੁਰੂ ਦੀ ਸਿੱਖਿਆ ਵਾਲੇ, ਗੁਰੂ ਦੇ ਉਪਦੇਸ਼ ਵਾਲਿਆਂ ਦੇ ਨਾਲ ਮਿਲਣਾ, ਬੈਠਣਾ, ਉਹਨਾਂ ਦੀ ਸੰਗਤ ਕਰਨੀ। ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ, ਉਹਨਾਂ ਵੱਲ ਦੇਖ ਕੇ ਆਪਣਾ ਜੀਵਨ ਸਫਲ ਕੀਤਾ ਜਾ ਸਕਦਾ ਹੈ। ਉਹਨਾਂ ਤਾਰੂਆਂ ਦੇ ਕੋਲ, ਜਿਨ੍ਹਾਂ ਨੇ ਸੰਸਾਰ ਸਮੁੰਦਰ ਦੀਆਂ ਲਹਿਰਾਂ ਨੂੰ ਜਿਹੜਾ ਸੀ ਪਛਾੜ ਦਿੱਤਾ, ਦੁੱਖਾਂ ਤੋਂ ਅੱਗੇ ਨਿਕਲ ਗਏ। ਜਦੋਂ ਵੀ ਕਦੇ ਜੀਵਨ ਦੇ ਵਿੱਚ ਯਾਦ ਰੱਖਿਓ, ਦੁੱਖ ਜਾਂ ਤਕਲੀਫ ਕੋਈ ਪੇਸ਼ ਆਵੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰ ਲਿਓ। ਆਨੰਦਪੁਰ ਦਾ ਸੁੱਖ ਵੀ ਤੇ ਆਨੰਦਪੁਰ ਦਾ ਜਿਹੜਾ ਦੁੱਖ ਵੀ ਹੈ ਉਹ ਯਾਦ ਕਰ ਲਿਓ। ਕਦੇ ਮਾਛੀਵਾੜੇ ਦੇ ਜੰਗਲ ਜਿਹੜੇ ਨੇ, ਚਮਕੌਰ ਦੀ ਗੜੀ, ਜਿਸ ਸਿੱਖ ਨੂੰ ਯਾਦ ਹੈ, ਉਸ ਸਿੱਖ ਦੇ ਜੀਵਨ ਦੇ ਸਾਰੇ ਹੀ ਦੁੱਖ ਮੁੱਕ ਜਾਂਦੇ ਨੇ। ਅੱਲਾ ਯਾਰ ਖਾਂ ਯੋਗੀ ਕਹਿੰਦੇ ਨੇ, ਇਹਨਾਂ ਦੁੱਖਾਂ ਦੇ ਵਿੱਚ, ਜਿਸ ਸਮੇਂ ਦੇ ਵਿੱਚ ਅੱਜ ਅਸੀਂ ਵੇਖਦੇ ਨਾ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਨੇ ਅਖਵਾਉਂਦੀਆਂ ਨੇ ਆਪਣੇ ਆਪ ਨੂੰ ਵਧੀਆ ਵਧੀਆ ਰਹਿਣ ਸਹਿਣ ਢੰਗ, ਹਰ ਤਰੀਕਾ ਜਿਹੜਾ ਹੈ, ਹਰ ਸੁੱਖ ਸਹੂਲਤ ਹੈ, ਪਰ ਉਹਨਾਂ ਨੂੰ ਕਹੋ ਕਦੇ ਗਰੀਬਾਂ ਦੇ ਝੌਂਪੜੀਆਂ ਦੇ ਵਿੱਚ ਜਾਂ ਮਜ਼ਲੂਮਾਂ ਦੇ ਵਿੱਚ ਖੜ ਕੇ ਦੇਖਣ, ਜਿੱਥੇ ਦੁੱਖਾਂ ਤਕਲੀਫਾਂ ਦੇ ਵਿੱਚ ਲੋਕ ਜੂਝ ਰਹੇ ਨੇ, ਉਹਨਾਂ ਦੇ ਵਿੱਚ ਕਦੀ ਉਹਨਾਂ ਨੂੰ ਖੜਿਆਂ ਦੇਖਿਆ? ਕਦੇ ਆਪਣੇ ਸੁੱਖ ਆਸਣ ਆਰਾਮ ਜਿਹੜੇ ਨੇ ਛੱਡ ਕੇ ਉਹਨਾਂ ਦੇ ਨਾਲ ਖੜੇ ਹੋਣ। ਕੋਈ ਬੰਦਾ ਦੁਖੀ ਹੈ, ਉਹਦੇ ਦੁੱਖ ਦੇ ਵਿੱਚ ਪਹੁੰਚਿਆ ਹੋਵੇ, ਕਦੇ ਇਸ ਤਰ੍ਹਾਂ ਦੇ ਬੰਦੇ ਨਜ਼ਰ ਨਹੀਂ ਆਉਂਦੇ। ਧੰਨ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਸੁੱਖ ਆਰਾਮ ਸਭ ਕੁਝ ਛੱਡ ਕਰਕੇ मजलूमा ते वास्ते इन गरीब सिखन को देऊं पातशाही, ये याद रखे हमरी गुरियाई। दुख वेखे ने, तकलीफां वेखियां ने, जिनकी जात और कुल माही, सरदारी ना भई कदाही, इन्हीं को सरदार बनाऊं, तबे गोविंद सिंह नाम कहाऊं। नाऊ गरीब निवाज हमारा, है जग में प्रसिद्ध अपारा, सो सफला जग में जस लह है, लघु जातन को जो बड़पन दे है। इस इतिहास है कलगियां वाला, अपना सब कुछ दाते ला दिता, अपने सुख अपने आनंदां दी पुरी दे सारे आराम जेड़े सन मजलूमां गरीबां दुखियां दे दुखां नूं दूर करन वास्ते जेड़े सन ओ दाते ला दिते। कोई अपने सारे परिवार नूं, चारां पुत्तरां नूं दाते ला सकदा है? कादे वास्ते? धर्म वास्ते, मनुखता दे धर्म वास्ते, धर्म दे बुनियादी हक्कां वास्ते। सतगुरां जदों कोई तो तकलीफ कोई दुख जिंदगी दे विच बड़े आउणे ने, बड़े आए ने, ते ये जीवन जिहड़ा है इदां ही चलदा रहिंदा है, कदी दुख कदी सुख। पर ਅਸੀਂ बड़े दुखी ते निमो झूणे हो जाते हैं, छोटियां छोटियां अपनियां गरजां, छोटे छोटे स्वार्थां दे पिछे धर्म तो मुनकर हो जाते हैं। धन पदार्थां दे बदले दे विच धर्म त्याग बैठते हैं। बाबा फरीद जी कहते ने, दीन गवाया दुनी स्यों दुनी न चाली, साथ पाए कुहाड़ा मारिया, गाफल अपने हाथ, अपने हत्थां दे नाल ही गाफल मनुख अपने पैरां ते कुहाड़ा मार लैंदा है। जदों कोई तकलीफ कोई दुख आवे ना जीवन दे विच, ते मैं तां इक्को ही नुकता कहांगा कि कलगियां वाले पातशाह नूं याद कर लईए, चमकौर दी गढ़ी याद कर लईए, सरहंद दियां ओ दीवारां जिन्हां दीवारां दे विच निक्कियां निक्कियां जिंदां बाबा जोरावर सिंह, बाबा फतेह सिंह जी, अणख ते गैरत दियां मूरतां जिहड़े साडे बाबे हन, उन्हां नूं याद कर लईए, चेते कर लईए, सारे दुख साडे भुल जाणगे। उन्हां दे नालों कोई वड्डे दुख नहीं हो सकदे
ਜਿਸ ਦੇ ਕੋਲ ਜ਼ਿੰਦਗੀ ਦੀ ਜਿਉਣ ਦਾ ਧਨ ਦੌਲਤ, ਇਤਿਹਾਸ ਪੜ੍ਹਦੇ ਆ ਸ਼ਾਮ ਨੂੰ, ਇਤਿਹਾਸ ਦੀ ਵਿਚਾਰ ਹੁੰਦੀ ਹੈ, ਪਤਾ ਨਹੀਂ ਕਿੰਨੀ ਕੁ ਵਾਰ ਜ਼ਿਕਰ ਆਉਂਦਾ ਹੈ ਕਿ ਨਦੀ ਦੇ ਵਿੱਚ ਸਤਿਗੁਰੂ ਵਹਾਉਂਦੇ ਨੇ ਧਨ ਨੂੰ, ਪਦਾਰਥਾਂ ਨੂੰ। ਕਾਹਦੇ ਵਾਸਤੇ? ਇਸ ਧਨ ਦੀ ਜਿਹੜੀ ਅਹਿਮੀਅਤ ਦੱਸਦੇ ਨੇ ਕਿ ਸਾਡੇ ਵਾਸਤੇ ਇੰਨੀ ਕੁ ਇਹਦੀ ਅਹਿਮੀਅਤ ਹੈ। ਇਹ ਸਭ ਕੁਝ ਨਹੀਂ ਹੈ। ਆਤਮਿਕ ਜੀਵਨ ਜਿਸ ਦਾ ਖਤਮ ਹੋ ਗਿਆ, ਸਮਝ ਲਓ ਉਹਦਾ ਸਭ ਕੁਝ ਖਤਮ ਹੋ ਗਿਆ। ਬੜੀਆਂ ਬੜੀਆਂ ਕੀਮਤੀ ਗੱਲਾਂ ਜਿਹੜੀਆਂ ਨੇ ਉਹ ਜਾਣ ਸਮਝ ਦੇ ਵਿੱਚ ਆਉਂਦੀਆਂ ਨੇ। ਗੁਰ ਸ਼ਬਦ ਨੂੰ ਪੜ੍ਹੋਗੇ। ਸਿੱਧਾ ਨੇ ਸਵਾਲ ਕੀਤਾ ਸੀ, ਅੱਜ ਅਸੀਂ ਇਸ ਸ਼ਲੋਕ ਦੀ ਵਿਚਾਰ ਕਰ ਰਹੇ ਹਾਂ। ਸਿੱਧਾ ਨੇ ਸਵਾਲ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਸ਼ਰਪਟ ਬੋਲੇ ਔਧੂ ਨਾਨਕ ਦੇ ਸੱਚਾ ਵਿਚਾਰੋ। ਇਹ ਦੁਨੀਆ ਦੁੱਤਰ ਹੈ, ਨਾ ਤਰਿਆ ਜਾਣ ਵਾਲਾ, ਔਖਾ ਤਰਿਆ ਜਾਣ ਵਾਲਾ ਸਮੁੰਦਰ ਹੈ, ਸਾਗਰ ਹੈ। ਕਿਸ ਤਰ੍ਹਾਂ ਇਸ ਤੋਂ ਪਾਰ ਹੋਇਆ ਜਾਵੇ? ਕਿੰਨਾਂ ਨੇ ਪੁੱਛਿਆ? ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸਨ ਸਾਡੇ ਤੋਂ ਵੱਧ ਸਿਆਣੇ ਕੋਈ ਨਹੀਂ। ਸਿੱਧਾਂ ਨੇ, ਜੋਗੀਆਂ ਨੇ, ਜਿਹੜੇ ਕਹਿੰਦੇ ਸਨ ਅਸੀਂ ਸਭ ਕੁਝ ਤਿਆਗ ਚੁੱਕੇ ਹਾਂ, ਛੱਡ ਚੁੱਕੇ ਹਾਂ। ਉਹਨਾਂ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ, ਤੇ ਹਜ਼ੂਰ ਨੇ ਫਿਰ ਉਹਦਾ ਜਵਾਬ ਵੀ ਦਿੱਤਾ ਸੀ ਕਿ ਇਹ ਸੰਸਾਰ ਸਾਗਰ ਜਿਹੜਾ ਹੈ, ਇਸ ਸਾਗਰ ਨੂੰ ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਸ਼ਬਦ ਦੇ ਨਾਲ ਸੁਰਤ ਨੂੰ ਜੋੜ ਕੇ ਤਰਿਆ ਜਾ ਸਕਦਾ ਹੈ। ਬੜਾ ਸੋਹਣਾ ਗੁਰੂ ਸਾਹਿਬ ਜੀ ਨੇ ਸਾਨੂੰ ਮਾਰਗ ਸੁਲਝਾਇਆ ਹੈ, ਦੱਸਿਆ ਹੈ। ਕਹਿੰਦੇ ਨੇ ਤਾਹੂ ਪੁੱਛ ਤੜਨ ਕਲ, ਫਿਰ ਵੀ ਬੰਦਿਆ ਜੇ ਤੂੰ ਸਿਆਣਾ ਵੀ ਹੋਵੇਂ, ਬੜੀ ਤੇਰੇ ਕੋਲ ਸੂਝ ਹੋਵੇ, ਹਰ ਗੱਲ ਦੀ ਸਮਝ ਹੋਵੇ, ਪਰ ਫਿਰ ਵੀ ਪੁੱਛਣਾ ਚਾਹੀਦਾ ਹੈ। ਜਿਹੜੇ ਐਕਸਪਰਟ ਨੇ, ਜਿਹੜੇ ਉਹਨਾਂ ਵਿਸ਼ਿਆਂ ਦੇ ਮਾਹਰ ਨੇ, ਉਹਨਾਂ ਦੇ ਕੋਲੋਂ ਸਲਾਹ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ, ਪੁੱਛਣ ਦੇ ਵਿੱਚ ਕੋਈ ਹਰਜ ਨਹੀਂ ਹੈ। ਤਾਹੂ ਖਰੇ ਸੁਜਾਨ ਵੰਜਾਂ ਇੰਨੀ ਕੱਪਰੀ। ਕੱਪਰੀ, ਕੱਪਰ ਲਹਿਰ ਨੂੰ ਕਹਿੰਦੇ ਨੇ। ਕੱਪਰੀ ਦਾ ਮਤਲਬ ਹੈ ਲਹਿਰਾਂ। ਤਾਹੂ ਖਰੇ ਸੁਜਾਨ ਵੰਜਾਂ ਇੰਨੀ ਕੱਪਰੀ। ਕਹਿੰਦੇ ਨੇ ਕਿ ਬੜੇ ਬੜੇ ਸੁਜਾਨ ਤੇ ਬੜੇ ਬੜੇ ਸਿਆਣੇ ਐਕਸਪਰਟ ਮੈਂ ਦੱਸਦਾ ਹਾਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੂੰ ਵੀ ਆਪਣੇ ਆਪ ਨੂੰ ਖਰਾ ਸਿਆਣਾ ਕਹਿੰਦਾ ਹੈ, ਸੂਝਵਾਨ ਕਹਿੰਦਾ ਹੈ, ਤਾਰੂ ਕਹਿੰਦਾ ਹੈ, ਪਰ ਮੈਂ ਇਹ ਦੱਸਦਾ ਹਾਂ ਕਿ ਬੜੇ ਬੜੇ ਤਾਰੂ ਤੇ ਬੜੇ ਬੜੇ ਸਿਆਣੇ ਜਿਹੜੇ ਨੇ, ਮੈਂ ਸੰਸਾਰੀ ਦੁਨਿਆਵੀ ਦੁੱਖਾਂ ਤੇ ਵਿਸ਼ਿਆਂ ਤੇ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਡੁੱਬਦੇ ਰੁੜਦੇ ਜਾਂਦੇ ਵੇਖੇ ਨੇ। ਤਾਹੂ ਖਰੇ ਸੁਜਾਨ ਮੰਝਾਂ ਇੰਨੀ ਕੱਪਰੀ, ਇੰਨੀ ਕੱਪੜੀ ਇਹਨਾਂ ਲਹਿਰਾਂ ਦੇ ਵਿੱਚ ਜਿਹੜੀਆਂ ਬੜੀਆਂ ਪ੍ਰਬਲ ਨੇ। ਵਾਸ਼ਨਾ ਦੀਆਂ ਲਹਿਰਾਂ ਦੇਖੋ ਨਾ ਜਰਾ, ਕਾਮ ਦੀ ਲਹਿਰ ਬੰਦੇ ਨੂੰ ਕਿਸ ਥਾਂ ਤੇ ਪਹੁੰਚਾ ਦਿੰਦੀ ਏ। ਕ੍ਰੋਧ ਦੀ ਲਹਿਰ ਬੰਦੇ ਨੂੰ ਕਿੰਨਾ ਵੱਡਾ ਖੂਨੀ ਕਾਤਲ ਬਣਾ ਦਿੰਦੀ ਹੈ। ਵਿਸ਼ਿਆਂ ਵਿਕਾਰਾਂ, ਕਾਮ ਦੀ ਲਹਿਰ ਦੀ ਜ਼ਿਕਰ ਕਰੀਏ ਤਾਂ ਬੜੇ ਬੜੇ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਵਿਸ਼ਵਾਮਿੱਤਰ ਵਰਗੇ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਲਈਆਂ ਜਾ ਸਕਦੀਆਂ ਨੇ। ਗਰਕ ਕਰਕੇ ਰੱਖਦੀ ਸਾਰਾ ਜੀਵਨ ਜਿਹੜਾ ਸੀ, ਸਾਰੀ ਤਪੱਸਿਆ ਜਿਹੜੀ ਸੀ, ਸਾਧਨਾ ਜਿਹੜੀ ਸੀ। ਅਸੀਂ ਕਿਹਨੂੰ ਪੁੱਛਣਾ? ਅਸੀਂ ਆਪਣਾ ਰੋਲ ਮਾਡਲ ਜਿਹੜਾ ਹੈ ਉਹ ਕਿਹਨੂੰ ਲੈਣਾ ਹੈ? ਸਾਡੇ ਰੋਲ ਮਾਡਲ ਉਹ ਨਹੀਂ ਜਿਹੜੇ ਆ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਰਕ ਗਏ, ਡੁੱਬ ਗਏ ਲਹਿਰਾਂ ਦੇ ਵਿੱਚ, ਜਿਨ੍ਹਾਂ ਦਾ ਜੀਵਨ ਡੁੱਬ ਗਿਆ। ਸਾਡਾ ਤਾਂ ਆਈਡਲ ਉਹ ਹੈ ਜਿਹਦੇ ਕੋਲ ਰਾਜੇ ਸ਼ਿਵਨਾਭ ਦਾ ਜ਼ਿਕਰ ਆਉਂਦਾ ਹੈ। ਜਦੋਂ ਹਜ਼ੂਰ ਗਏ ਨਾ ਉਹਦੇ ਕੋਲ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਪਰਖਣ ਵਾਸਤੇ ਉਹਨੂੰ ਪਤਾ ਸੀ, ਭਾਈ ਮਨਸੁਖ ਜੀ ਨੇ ਦੱਸਿਆ ਸੀ ਕਿ ਗੁਰੂ ਸਾਹਿਬ ਤੇਰੇ ਕੋਲ ਆਉਣਗੇ। ਕਿੱਡੇ ਵਿਸ਼ਵਾਸ ਦੇ ਨਾਲ ਆਖਿਆ। ਜਦੋਂ
ਉਹਨਾਂ ਦੇ ਜੀਵਨ ਦੇ ਵਿੱਚ ਕਰਮਕਾਂਡੀ ਜੀਵਨ ਸੀ ਤੇ ਉਸ ਜੀਵਨ ਨੂੰ ਬਦਲ ਦਿੱਤਾ। ਇੱਕ ਗੁਰੂ ਤੇ ਰਾਹ ਤੇ ਚੱਲਣ ਵਾਲੇ ਸਿੱਖ ਨੇ, ਸੇਵਕ ਨੇ, ਜਿਨ੍ਹਾਂ ਗੁਰੂ ਦੀ ਸਿੱਖਿਆ ਤੇ ਸ਼ਬਦ ਦੇ ਨਾਲ ਆਪਣਾ ਜੀਵਨ ਬਦਲਿਆ ਸੀ। ਜਿਹਦਾ ਆਪਣਾ ਜੀਵਨ ਬਦਲ ਚੁੱਕਾ ਹੈ ਉਹੀ ਦੂਜਿਆਂ ਦਾ ਜੀਵਨ ਬਦਲ ਸਕਦਾ ਹੈ। ਜਿਹਦਾ ਆਪਣਾ ਹੀ ਨਹੀਂ ਬਦਲਿਆ ਉਹ ਦੂਜੇ ਦਾ ਕੀ ਬਦਲੇਗਾ। ਭਾਈ ਮਨਸੁਖ ਇੱਕ ਪਰਫੈਕਟ ਜੀਵਨ ਵਾਲੇ ਸਨ, ਪੂਰਨ ਜੀਵਨ ਵਾਲੇ ਸਨ। ਉਹਨਾਂ ਦੇ ਜੀਵਨ ਦੇ ਨਾਲ ਇੱਕ ਰਾਜੇ ਦਾ ਜੀਵਨ ਬਦਲ ਗਿਆ, ਪਿਆਰ ਪੈਦਾ ਹੋ ਗਿਆ। ਜਿਹੜਾ ਕਰਮਕਾਂਡੀ ਜੀਵਨ ਸੀ ਉਹਨੂੰ ਆਪਣੇ ਪਾਰ ਉਤਾਰੇ ਦਾ ਸਹੀ ਮਾਰਗ ਮਿਲ ਗਿਆ, ਉਹਨੂੰ ਸੁਖੈਨ ਰਸਤਾ। ਜਿਸ ਤਰ੍ਹਾਂ ਉਹਨਾਂ ਨੇ ਸਮਝਾਇਆ ਕਿ ਧਰਮ ਦੇ ਕਈ ਤਰ੍ਹਾਂ ਦੇ ਰਾਹ ਨੇ, ਇੱਕ ਪੰਛੀ ਦਾ ਰਾਹ ਹੈ, ਇੱਕ ਰੁੱਖ ਦੇ ਉੱਪਰ ਫਲ ਹੈ, ਇਹ ਇੱਕ ਕੀੜੀ ਦਾ ਰਸਤਾ ਹੈ, ਕਰਮਕਾਂਡੀ ਕੀੜੀ ਦਾ ਰਸਤਾ ਹੈ। ਤੇ ਜਿਹੜਾ ਪੰਛੀ ਦਾ ਰਸਤਾ ਹੈ ਉਹ ਬੜਾ ਸੁਖੈਨ ਹੈ, ਬੜਾ ਸੌਖਾ ਹੈ। ਝਟਪਟ ਇੱਕੋ ਹੀ ਉਡਾਰੀ ਦੇ ਨਾਲ ਫਲ ਦੇ ਉੱਪਰ ਜਾ ਕੇ ਪੰਛੀ ਬੈਠ ਜਾਂਦਾ ਹੈ, ਦੂਰੋਂ ਦੇਖ ਲੈਂਦਾ ਹੈ, ਜੇ ਉਹਨੂੰ ਨਜ਼ਰ ਆ ਜਾਵੇ, ਦਿਖ ਪਵੇ ਤਾਂ ਉੱਥੇ ਹੀ ਜਾ ਕੇ ਬੈਠਦਾ ਹੈ, ਇੱਧਰ ਉੱਧਰ ਨਹੀਂ ਜਾਂਦਾ। ਕੀੜੀ ਵੀ ਉਸ ਫਲ ਤੱਕ ਪਹੁੰਚਣਾ ਚਾਹੁੰਦੀ ਹੈ ਲੇਕਿਨ ਉਹ ਭਟਕ ਜਾਂਦੀ ਹੈ ਮਾਰਗ ਦੇ ਵਿੱਚ, ਰਸਤੇ, ਉਹਦੇ ਕੋਲ ਦ੍ਰਿਸ਼ਟੀ ਨਹੀਂ ਏਦਾਂ ਦੀ। ਸਮਝ ਆ ਗਈ, ਪਿਆਰ ਪੈਦਾ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਉਸਨੇ ਲਾਲਸਾ ਜ਼ਾਹਰ ਕੀਤੀ, ਮੈਨੂੰ ਵੀ ਮਿਲਾ ਉਸ ਤਾਰੂ ਗੁਰੂ ਦੇ ਨਾਲ, ਉਸ ਤਾਰਨਹਾਰ ਦੇ ਨਾਲ, ਜਿਨੇ ਤੇਰੇ ਜੀਵਨ ਦਾ ਬੇੜਾ ਤਾਰਿਆ ਹੈ, ਮੇਰਾ ਵੀ ਤਰ ਜਾਵੇ। ਪਹਿਲਾ ਤੇ ਭਾਈ ਸੰਤੋਖ ਸਿੰਘ ਲਿਖਦੇ ਨੇ, ਇੱਥੋਂ ਤੱਕ ਇੱਛਾ ਜ਼ਾਹਰ ਕੀਤੀ ਕਿ ਮੈਂ ਰਾਜ ਭਾਗ ਛੱਡ ਕਰਕੇ ਤੇਰੇ ਨਾਲ ਜਾਣਾ ਚਾਹੁੰਦਾ ਹਾਂ। ਤੇ ਭਾਈ ਮਨਸੁਖ ਨੇ ਕਿਹਾ ਕਿ ਕੁਝ ਵੀ ਛੱਡਣ ਦੀ, ਤਿਆਗਣ ਦੀ ਲੋੜ ਨਹੀਂ ਹੈ। ਜਿਹੜੇ ਪਿਆਰ ਕਰਨ ਵਾਲੇ ਨੇ, ਜਿਹੜੇ ਇਸ ਤਰ੍ਹਾਂ ਦੇ ਉਤਸ਼ਾਹ ਵਾਲੇ ਨੇ ਨਾ, ਗੁਰੂ ਨਾਨਕ ਸਾਹਿਬ ਖੁਦ ਉਹਨਾਂ ਦੇ ਕੋਲ ਚੱਲ ਕੇ ਜਾਂਦੇ ਸਨ। ਆਸ ਦਿੱਲੀ ਦੇ ਵਿੱਚ ਆ ਮਜਨੂ ਟਿੱਲਾ ਜਿਹੜਾ ਹੈ, ਇੱਥੇ ਕੀ ਉਹ ਮਜਨੂ ਦੇ ਨਾਲ ਸੰਬੰਧ ਸੀ, ਉਹਦੇ ਚ ਭਾਵਨਾ ਸੀ। ਉਹ ਲੋਕਾਂ ਦੀਆਂ, ਆਪਣੀ ਬੇੜੀ ਦੇ ਨਾਲ ਲੋਕਾਂ ਨੂੰ ਆਰ ਪਾਰ ਜਮਨਾ ਤੋਂ ਕਰਦਾ ਸੀ। ਉਸ ਸਮੇਂ ਹਜ਼ੂਰ ਚੱਲ ਕੇ ਗਏ ਉਹਦੇ ਕੋਲ, ਇਹੋ ਜਿਹੇ ਉਤਸ਼ਾਹੀਆਂ ਦੇ ਕੋਲ ਜਿਨ੍ਹਾਂ ਦੇ ਅੰਦਰ ਕਿਣਕਾ ਮਾਤਰ ਵੀ ਸੀ। ਮਨਸੁਖ ਦੇ ਅੰਦਰ ਉਤਸ਼ਾਹ ਸੀ, ਪਿਆਰ ਸੀ, ਚੱਲ ਕਰਕੇ ਆਏ। ਤੇ ਉਹ ਪਰਖਣ ਵਾਸਤੇ ਉਹਨਾਂ ਨੇ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਸੀ ਨਾ ਭਾਈ ਮਨਸੁਖ ਜੀ ਨੇ ਕਿ ਇਦਾਂ ਦੇ ਨੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਕਦੀ ਕਹਿੰਦੇ ਨੇ ਇਸਤਰੀਆਂ ਦਾ ਜ਼ਿਕਰ ਆਉਂਦਾ ਹੈ, ਸੁੰਦਰ ਸੁੰਦਰ ਇਸਤਰੀਆਂ ਭੇਜਦੇ ਨੇ ਪਰਖਣ ਵਾਸਤੇ ਕਰੈਕਟਰ ਨੂੰ, ਆਚਰਣ ਨੂੰ, ਕਿ ਆਚਰਣ ਦੇ ਬੜੇ ਧਣੀ ਦੱਸੇ ਨੇ। ਤੇ ਜਦੋਂ ਜਾਂਦੀਆਂ ਨੇ ਉਹ ਬੀਬੀਆਂ ਹਾਵ ਭਾਵ ਵਿਖਾਉਂਦੀਆਂ ਨੇ। ਜੀਵਨ ਦੇ ਵਿੱਚ ਆਚਰਣ ਦੇ ਧਨੀ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਨੂੰ ਪਤਾ ਕੀ ਕਹਿੰਦੇ ਨੇ, ਜਿਹੜੀਆਂ ਜਿੱਦਾਂ ਬਾਬਾ ਫਰੀਦ ਜੀ ਨੇ ਵਿਸ ਗੰਦਲਾਂ ਦਾ ਜ਼ਿਕਰ ਕੀਤਾ ਹੈ, ਇਸ ਤਰ੍ਹਾਂ ਦਾ ਹੀ ਖਿਆਲ ਕਰ ਸਕਦੇ ਹਾਂ। ਹਜ਼ੂਰ ਨੇ ਦੋ ਬੋਲਾਂ ਦੇ ਨਾਲ ਉਹਨਾਂ ਦੇ ਜੀਵਨ ਨੂੰ ਜਿਹੜਾ ਸੀ ਉਹ ਸ਼ਾਂਤ ਕਰ ਦਿੱਤਾ, ਉਹਨਾਂ ਦੀਆਂ ਵਾਸ਼ਨਾਵਾਂ ਨੂੰ ਸ਼ਾਂਤ ਕਰ ਦਿੱਤਾ। ਗਾਸ਼ੋ ਪੁੱਤਰੀ ਰਾਜ ਕੁਵਾਰ, ਆਹ ਸ਼ਬਦ ਅਸੀਂ ਪੜ੍ਹਦੇ ਹਾਂ, ਜਾਓ ਪੁੱਤਰੀਓ ਨਾਮ ਜਪੋ, ਨਾਮ ਪੜੋ, ਨਾਮ ਜਪੋ ਤੇ ਆਪਣੀ ਦੇਹੀ ਨੂੰ ਸਵਾਰ ਲਓ। ਇਹ ਸ਼ਬਦ ਜਿਹੜੇ ਸਨ ਕੇਵਲ ਉਹ ਹੀ ਕਹਿ ਸਕਦਾ ਹੈ ਜਿਹਦਾ ਆਪਣੇ ਇੰਦਰੀਆਂ ਦੇ ਉੱਪਰ, ਆਪਣੀਆਂ ਵਾਸ਼ਨਾਵਾਂ ਦੇ ਉੱਪਰ ਕੰਟਰੋਲ ਹੈ। ਉਹ ਹੀ ਦੂਸਰੇ ਨੂੰ ਆਚਰਣ ਦੀ ਸਿੱਖਿਆ ਦੇ ਸਕਦਾ ਹੈ। ਇਹ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਕੋਲੋਂ ਪੁੱਛੋ ਜਿਹੜੇ ਤਰ ਗਏ ਨੇ, ਜਿਹੜੇ ਤਾਰ ਸਕਦੇ ਨੇ, ਤੇ ਜਿਹੜੇ ਆਪ ਹੀ ਆਪਣੀਆਂ ਸਿਆਣਪਾਂ, ਆਪਣੀਆਂ ਅਕਲਾਂ ਦੇ ਘੋੜੇ ਦੜਾਉਣ ਵਾਲੇ, ਕੇਵਲ ਤੇ ਕੇਵਲ ਵਿਖਾਵੇ ਮਾਤਰ ਜਿਨ੍ਹਾਂ ਦਾ ਜੀਵਨ ਹੈ, ਉਹਨਾਂ ਦੇ ਕੋਲੋਂ ਜਾ ਕਰਕੇ ਸਾਡੇ ਜੀਵਨ ਦਾ ਬੇੜਾ ਨਹੀਂ ਪਾਰ ਹੋ ਸਕਦਾ।
ਇੱਥੇ ਤੇ ਕਈ ਇਹੋ ਜਿਹੇ ਜਿਹੜੇ ਨੇ ਅਕਲਾਂ ਦੇ ਘੋੜੇ ਦੜਾਉਣ ਵਾਲੇ ਰਹਿ ਗਏ। ਤਾਹੂ ਖਰੇ ਸੁਜਾਨ ਵੰਝਾ ਇੰਨੀ ਕੱਪੜੀ, ਝਾੜ ਝੱਖੜ ਉਹ ਹਾੜ, ਲਹਿਰੀ ਵਹਿਨ ਲਖੇਸਰੀ। ਇਸੇ ਗੱਲ ਨੂੰ ਇਸ ਸ਼ਲੋਕ ਦੇ ਨਾਲ ਦਾ ਜਿਹੜਾ ਸ਼ਲੋਕ ਮਹਾਰਾਜ ਜਿਹੜੇ ਕਹਿੰਦੇ ਨੇ ਕਿ ਜੀਵਨ ਦੇ ਵਿੱਚ ਬੜੇ ਝਾੜ ਨੇ, ਝੜੀਆਂ ਨੂੰ ਕਹਿੰਦੇ ਨੇ। ਕੰਟੀਨਿਊ ਰੇਨ, ਬਾਰਿਸ਼ ਜਿਹੜੀ ਹੁੰਦੀ ਨੇ ਨਾ ਸੌਣ ਭਾਦੋਂ ਦੇ ਵਿੱਚ, ਉਹ ਲਗਾਤਾਰ ਜਿਹੜੀ ਵਰਖਾ ਹੁੰਦੀ ਉਹਨੂੰ ਝੜੀ ਕਹਿੰਦੇ ਨੇ। ਪੂਰਾ ਦਿਨ, 2 ਦਿਨ 3 ਦਿਨ ਲਗਾਤਾਰ ਵਰਦਾ ਰਹਿਣਾ, ਬਰਸਦਾ ਰਹਿਣਾ ਮੀਂਹ। ਝਾੜ ਝੱਖੜ ਹਨੇਰੀ, ਉਹ ਹਾੜ ਹੜ ਨੂੰ ਕਹਿੰਦੇ ਨੇ। ਕਹਿੰਦੇ ਨੇ ਜੀਵਨ ਦੇ ਵਿੱਚ ਦੁੱਖਾਂ ਦੀਆਂ ਝੜੀਆਂ ਤੇ ਦੁੱਖਾਂ ਦੇ ਝੱਖੜ ਤੇ ਵਿਸ਼ਿਆਂ ਵਿਕਾਰਾਂ ਦੇ ਹੜ ਜਿਹੜੇ ਨੇ, ਲਹਿਰੀ ਵਹਿਨ ਲਖੇਸਰੀ। ਲੱਖਾਂ, ਲਖੇਸਰੀ ਦਾ ਮਤਲਬ ਲੱਖਾਂ ਹੀ ਲਹਿਰਾਂ ਨੇ ਇਹਨਾਂ ਦੀਆਂ ਵਹਿਣ ਵਾਲੀਆਂ, ਝੁੱਲਣ ਵਾਲੀਆਂ। ਜੇ ਤੂੰ ਇਹਨਾਂ ਲਹਿਰਾਂ ਦੇ ਵਿੱਚੋਂ, ਇਹਨਾਂ ਦੁੱਖਾਂ ਦੇ ਵਿੱਚੋਂ, ਇਹਨਾਂ ਵਿਸ਼ਿਆਂ ਵਿਕਾਰਾਂ ਦੀਆਂ ਨੇਰੀਆਂ ਝੱਖੜਾਂ ਦੇ ਵਿੱਚੋਂ ਬਚਣਾ ਚਾਹੁੰਦਾ ਹੈ ਤੇ ਹਜ਼ੂਰ ਨੇ ਬਚਨ ਕਹੇ ਨੇ, ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੇ ਭਉ। ਫਿਰ ਤੂੰ ਕੀ ਕਰ, ਸਤਿਗੁਰ ਸਿਉ ਆਲਾਏ। ਆਲਾਏ ਦਾ ਮਤਲਬ ਹੈ ਇੱਥੇ ਬੇਨਤੀ ਕਰਨਾ, ਅਰਦਾਸ ਕਰਨਾ। ਤੂੰ ਗੁਰੂ ਅੱਗੇ ਅਰਦਾਸ ਕਰ, ਸਤਿਗੁਰੂ ਦੇ ਅੱਗੇ ਅਰਦਾਸ ਕਰ। ਸਤਿਗੁਰੂ ਹੀ ਪਰਫੈਕਟ ਹੈ, ਸਤਿਗੁਰੂ ਹੀ ਸੰਸਾਰ ਭਵ ਸਾਗਰ ਤੋਂ ਪਾਰ ਕਰਨ ਦੇ ਸਮਰੱਥ ਹੈ, ਹੋਰ ਕੋਈ ਨਹੀਂ ਪਾਰ ਕਰ ਸਕਦਾ। ਐਵੇਂ ਇੱਧਰ ਉੱਧਰ ਨਾ ਲਗਾ ਫਿਰ। ਮੈਨੂੰ ਤੇ ਇਹਨਾਂ ਦੋਨਾਂ ਸ਼ਲੋਕਾਂ ਦੇ ਵਿੱਚੋਂ ਇਹ ਨਜ਼ਰ ਆ ਰਿਹਾ ਹੈ, ਇੱਕ ਤਾਂ ਸਤਿਗੁਰੂ ਸਾਨੂੰ ਸਾਡਾ ਜਿਹੜੀਆਂ ਵਾਧੂ ਸਿਆਣਪਾਂ ਨੇ ਉਹਨਾਂ ਨੂੰ ਛੱਡ ਕਰਕੇ ਤੇ ਸਤਿਗੁਰੂ ਦੇ ਚਰਨਾਂ ਦੇ ਨਾਲ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਤੇ ਜੁੜਨ ਦੀ ਤਾਕੀਦ ਕਰ ਰਹੇ ਨੇ, ਕਿਉਂਕਿ ਸਤਿਗੁਰੂ ਤੋਂ ਵੱਧ ਕੇ ਕੋਈ ਪਰਫੈਕਟ ਜਿਹੜਾ ਹੈ ਉਹ ਹੋਰ ਨਹੀਂ ਸਕਦਾ। ਜਾਂ ਫਿਰ ਸਤਿਗੁਰੂ ਦੇ ਨਾਲ ਜੁੜ ਕਰਕੇ ਉਹ ਗੁਰੂ ਦੀ ਸਿੱਖਿਆ ਤੇ ਉਪਦੇਸ਼, ਸੰਸਾਰ ਭਵ ਸਾਗਰ ਤੋਂ ਤਰਨ ਵਾਲੀ, ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੋਣ ਵਾਲੀ ਸਿੱਖਿਆ ਜਿਨ੍ਹਾਂ ਆਪਣੇ ਜੀਵਨ ਦੇ ਵਿੱਚ ਅਪਣਾ ਲਈਏ, ਉਹ ਬੜੇ ਗੁਰੂ ਦੇ ਚਰਨਾਂ ਦੇ ਭੌਰੇ ਨੇ। ਭਾਈ ਮਨਸੁਖ ਵਰਗੇ, ਭਾਈ ਭਗੀਰਥ ਵਰਗੇ, ਬਾਬਾ ਬੁੱਢਾ ਜੀ ਵਰਗੇ, ਇਹ ਬਾਕੀ ਸਤਿਗੁਰਾਂ ਦੇ ਜੀਵਨ ਦੇ ਵਿੱਚ ਐਸੇ ਬੜੇ ਗੁਰਮੁਖ ਗੁਰਸਿੱਖ ਨੇ। ਭਾਈ ਭੁਖਾਰੀ ਜੀ ਵਰਗੇ, ਬਾਬਾ ਆਦਮ ਜੀ ਵਰਗੇ, ਭਾਈ ਮਤੀ ਦਾਸ ਵਰਗੇ, ਭਾਈ ਸਤੀ ਦਾਸ ਵਰਗੇ, ਬੜੀਆਂ ਐਸੀਆਂ ਸ਼ਖਸੀਅਤਾਂ ਸਾਨੂੰ ਸਾਡਾ ਰੋਲ ਮਾਡਲ ਨੇ। ਸੇ ਸਾਹਿਬ ਕਹਿੰਦੇ ਨੇ ਜਦੋਂ ਅਸੀਂ ਉਹਨਾਂ ਵੱਲ ਦੇਖਾਂਗੇ, ਉਹਨਾਂ ਨੇ ਕਿੱਦਾਂ ਆਪਣਾ ਜੀਵਨ ਜੀਵਿਆ, ਕਿੱਦਾਂ ਸੇਵਾ ਸਿਮਰਨ ਕਰਕੇ ਉਹ ਸੰਸਾਰ ਭਵ ਸਾਗਰ ਤੋਂ ਪਾਰ ਹੋ ਗਏ, ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਆਪਣੇ ਜੀਵਨ ਨੂੰ ਉਹਨਾਂ ਨੇ ਬਚਾ ਲਿਆ। ਸਾਰਾ ਡਰ ਭਉ ਜਿਹੜਾ ਹੈ ਉਹ ਨਿਕਲ ਜਾਵੇਗਾ। ਸਤਿਗੁਰ ਸਿਉ ਆ ਲਾਏ, ਸਤਿਗੁਰੂ ਦੇ ਅੱਗੇ ਬੇਨਤੀ ਕਰ, ਅਰਦਾਸ ਕਰ। ਬੇੜੇ ਡੁੱਬਣ ਨਾਹੇ ਭਉ, ਬੇੜੇ ਦੇ ਡੁੱਬਣ ਦਾ ਤੇਰੇ ਅੰਦਰ ਭੈ ਨਹੀਂ ਰਹੇਗਾ, ਡਰ ਨਹੀਂ ਰਹੇਗਾ ਕਿ ਮੇਰੀ ਬੇੜੀ ਹੁਣ ਡੁੱਬ ਜਾਵੇਗੀ। ਬਸ ਤੂੰ ਇੰਜ ਕਰ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਉਹਦਾ ਹੁਕਮ ਮੰਨ, ਉਹਦੀ ਰਜ਼ਾ ਦੇ ਵਿੱਚ ਚੱਲ, ਤੇਰਾ ਬੇੜਾ ਆਪਣੇ ਆਪ ਹੀ ਪਾਰ ਹੋ ਜਾਣਾ ਹੈ। ਕਿਉਂਕਿ ਇਹਦਾ ਤੇ ਉਧਰ ਦਾ ਤੇ ਇੱਧਰ ਦਾ, ਜਿਵੇਂ ਭਾਈ ਸੈਦੇ ਦਾ ਬੇੜਾ ਕਲਗੀਆਂ ਵਾਲੇ ਪਾਤਸ਼ਾਹ ਨੇ ਪਾਰ ਕਰ ਦਿੱਤਾ। ਉਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਸੀ ਤੇ ਉਹਨੇ ਕਿਹਾ, ਮਹਾਰਾਜ ਮੇਰੇ ਇੱਥੇ ਜਦੋਂ ਹਜ਼ੂਰ ਉਹਨੂੰ ਦੇਣ ਲੱਗੇ ਨਾ, ਕਹਿਣ ਲੱਗੇ ਮਹਾਰਾਜ ਨਹੀਂ ਮੈਂ ਕੁਛ ਨਹੀਂ ਲੈਣਾ, ਬਸ ਜਿੱਦਾਂ ਇਸ ਬੇੜੇ ਤੋਂ ਤੁਸੀਂ ਪਾਰ ਹੋਏ ਹੋ, ਜਦੋਂ ਮੈਂ ਤੁਹਾਡੇ ਪੱਤਣ ਦੇ ਉੱਪਰ ਆਵਾਂ ਉਦੋਂ ਮੇਰਾ ਬੇੜਾ ਵੀ ਪਾਰ ਕਰ ਦਿਓ। ਬਾ ਇਹ ਇੱਕ
ਨੁਕਤਾ ਹੈ। ਹਜ਼ੂਰ ਦੇ ਅੱਗੇ ਅਰਦਾਸ ਕਰਿਓ, ਸਤਿਗੁਰ ਸਿਉ ਅਲਾਏ। ਗੁਰੂ ਅੱਗੇ ਬੇਨਤੀ ਕਰੋ, ਸਤਿਗੁਰੂ ਸਾਡੇ ਬੇੜੇ ਨੂੰ ਪਾਰ ਕਰ ਦੇਣ। ਵਿਸ਼ੇ ਤੇ ਵਿਕਾਰ, ਬੜੀਆਂ ਹਨੇਰੀਆਂ, ਬੜੇ ਝੱਖੜ ਦੇ ਜੀਵਨ ਦੇ ਵਿੱਚ। ਮਹਾਰਾਜ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਦੀ ਸਾਂਝ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਸਿੰਘ ਸਾਹਿਬ ਜੀ ਦਾ ਬਹੁਤ ਧੰਨਵਾਦ ਹੈ। ਹਜ਼ੂਰ ਕਿਰਪਾ ਕਰਨ, ਆਪਣੀ ਸੇਵਾ ਵਿੱਚ ਲਾਈ ਰੱਖਣ। ਸਾਡੇ ਸਾਰਿਆਂ ਦੇ ਉੱਪਰ ਆਪਣੀ ਕਿਰਪਾ ਮਿਹਰ ਬਣਾ ਕੇ ਰੱਖਣ। ਸਾਡਾ ਸਾਰਿਆਂ ਦਾ ਬੇੜਾ ਸਤਿਗੁਰੂ ਜੀ ਪਾਰ ਕਰਨ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।